ਧੰਨ ਵਾਹਿਗੁਰੂ ਸਾਹਿਬ ਜੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਹਮ ਮੈਲੇ ਤੁਮ ਉਜੜ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾਂ ਕਾ ਗਿਆਤਾ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ। ਸੁਣ ਮੁੰਦੇ ਹਰਿ ਨਾਖੀਏ, ਗੂੜਾ ਵੈਣ ਅਪਾਰ। ਪਹਿਲਾਂ ਵਸਤ ਸਿਜਾਣ ਕੈ, ਤਾਂ ਕੀਚੈ ਵਾਪਾਰ। ਦੋਹੀ ਦਿਚੈ ਦੁਰਜਨਾ, ਮਿੱਤਰਾਂ ਕੂ ਜੈਕਾਰ। ਜਿਤ ਦੋਹੀ ਸੱਜਣ ਮਿਲਣਾ, ਲਹੋ ਮੁੰਦੇ ਵਿਚਾਰ। ਤਨ ਮਨ ਦੀਜੈ ਸੱਜਣਾ, ਐਸਾ ਹਸਣ ਸਾਰ। ਤਿਸ ਸਿਉ ਨੇਹ ਨਾ ਕੀਚਈ, ਜੇ ਦਿਸੈ ਚੱਲਣ ਹਾਰ। ਨਾਨਕ ਜਿਨੀ ਇਵ ਕਰ ਬੁਝਿਆ, ਤਿਨਾ ਵਿਟੋਂ ਕੁਰਬਾਨ। ਤਿਸ ਸਿਉ ਨੇਹ ਨਾ ਕੀਚਈ, ਜੇ ਦਿਸੈ ਚੱਲਣ ਹਾਰ। ਨਾਨਕ ਜਿਨੀ ਇਵ ਕਰ ਬੁਝਿਆ, ਤਿਨਾ ਵਿਟੋਂ ਕੁਰਬਾਨ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਹਫ਼ਤਾਵਾਰੀ ਗੁਰਮਤਿ ਸਮਾਗਮ ਦੀ ਹਾਜ਼ਰੀ ਆਪਾਂ ਸਾਰੇ ਭਰ ਰਹੇ ਹਾਂ। ਆਪਣੀ ਰਜੇਵਿਆਂ ਭਰੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਸ਼ਾਮਾਂ ਦੇ ਇਸ ਗੁਰਮਤਿ ਸਮਾਗਮ ਵਿੱਚ ਹਾਜ਼ਰ ਹੋ ਕੇ ਆਪਾਂ ਸਾਰਿਆਂ ਨੇ ਬੜੇ ਅਦਬ ਨਾਲ ਸਤਿਕਾਰਯੋਗ ਭਾਈ ਸਾਹਿਬ ਹੋਣਾ ਪਾਸੋਂ ਸੋਧਰ ਰਹਿਰਾਸ ਪਾਵਨ ਬਾਣੀ ਦਾ ਪਾਠ ਸਰਵਣ ਕੀਤਾ। ਉਸ ਤੋਂ ਉਪਰੰਤ ਗੁਰਬਾਣੀ ਦਾ ਕੀਰਤਨ ਬੜੇ ਪਿਆਰ ਵਿੱਚ ਬੜੇ ਟਿਕਾ ਨਾਲ ਆਪਾਂ ਸਾਰਿਆਂ ਨੇ ਸਰਵਣ ਕੀਤਾ। ਆਓ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸਲੋਕ, ਜੋ ਸਲੋਕ ਵਾਰਾਂ ਤੇ ਵਧੀਕ ਬਾਣੀ ਦੇ ਵਿੱਚ 2 ਨੰਬਰ ਸਲੋਕ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1410 ਦੇ ਉੱਪਰ ਇਹ ਸਲੋਕ ਸੁਭਾਈਮਾਨ ਹੈ। ਆਓ ਬੜੇ ਅਦਬ ਨਾਲ ਸਲੋਕ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਤੁਹਾਡੇ ਵਿੱਚ ਕਈ ਗੁਰੂ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਮਝ ਕੇ ਪਾਠ ਕਰਨ ਵਾਲੇ ਸਰੋਤੇ ਬੈਠੇ ਹੋਣਗੇ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਕੀਤੇ ਹੋਣਗੇ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਕੁੱਲ 22 ਵਾਰਾਂ ਨੇ। ਵਾਰਾਂ ਮੇਨ ਪੌੜੀਆਂ ਨੇ। ਜਦੋਂ ਅਸੀਂ ਵਾਰ ਕਹਿੰਦੇ ਉਹਦਾ ਮਤਲਬ ਹੁੰਦਾ ਪੌੜੀਆਂ। 20 ਵਾਰਾਂ ਐਸੀਆਂ ਨੇ ਜਿਹੜੀਆਂ ਪੌੜੀਆਂ ਨਾਲ ਸਲੋਕ ਨੇ। 2 ਵਾਰਾਂ ਐਸੀਆਂ ਨੇ ਜਿਹੜੀਆਂ ਸਲੋਕਾਂ ਤੋਂ ਬਿਨਾਂ ਨੇ। ਇੱਕ ਬਸੰਤ ਕੀ ਵਾਰ, ਜਿਹੜੀ ਅਸੀਂ ਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਹਰ ਕਾ ਨਾਮ ਤੇ ਆਏ ਕਹਿ ਹੋ ਹਰਿਆ ਭਾਈ। ਇਹ 3 ਪੌੜੀਆਂ ਨੇ, ਇਹਨਾਂ ਵਿੱਚ ਸਲੋਕ ਕੋਈ ਨਹੀਂ। ਇੱਦਾਂ ਹੀ ਭਾਈ ਸੱਤਾ ਬਲਵੰਡ ਜੀ ਕੀ ਵਾਰ ਹੈ ਜਿਹੜੀ ਰਾਮਕਲੀ ਰਾਗ ਅੰਦਰ, ਉਹਦੀਆਂ 8 ਪੌੜੀਆਂ ਨੇ, ਉਹਨਾਂ ਵਿੱਚ ਵੀ ਕੋਈ ਸਲੋਕ ਨਹੀਂ ਹੈ। ਬਾਕੀ 20 ਵਾਰਾਂ ਨੇ, ਜਿਵੇਂ ਆਸਾ ਕੀ ਵਾਰ, ਜੈਸਰੀ ਕੀ ਵਾਰ, ਸੂਹੀ ਕੀ ਵਾਰ। ਉਹਨਾਂ ਵਾਰਾਂ ਦੇ ਵਿੱਚ ਪੌੜੀਆਂ ਦੇ ਨਾਲ ਗੁਰੂ ਸਾਹਿਬ ਜੀ ਨੇ ਸਲੋਕ ਅੰਕਿਤ ਕੀਤੇ ਨੇ। ਸਾਰੀ ਤਰਤੀਬ ਧੰਨ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਸਤਿਕਾਰਯੋਗ ਭਾਈ ਗੁਰਦਾਸ ਜੀ ਦੇ ਕੋਲੋਂ ਸਾਰੀ ਸੇਵਾ ਕਰਵਾਈ ਹੈ। ਹੁਣ ਜਿਹੜੇ ਸਲੋਕ ਉਹਨਾਂ ਵਾਰਾਂ ਤੋਂ ਵਧੇ ਨੇ, ਉਹਨਾਂ ਨੂੰ ਇੱਕ ਵੱਖਰੀ ਬਾਣੀ ਦਾ ਨਾਮ ਅਖੀਰ 'ਤੇ ਦਿੱਤਾ ਗਿਆ, ਸਲੋਕ ਵਾਰਾਂ 'ਤੇ ਵਧੀਕ। ਉੱਥੇ ਉਹ ਸਾਰੇ ਸਲੋਕ ਫਿਰ ਪਿੱਛੇ ਜਾ ਕੇ 1410 ਅੰਕ ਤੋਂ ਸਲੋਕ ਸ਼ੁਰੂ ਹੁੰਦੇ ਨੇ। ਉਹਨਾਂ ਉਸ ਬਾਣੀ ਦਾ ਨਾਮ ਸਲੋਕ ਵਾਰਾਂ 'ਤੇ ਵਧੀਕ ਹੈ। ਪਹਿਲਾ ਸਲੋਕ ਹੈ ਉਤੰਗੀ, ਪਹਿਰੀ, ਗਹਿਰੀ, ਗੰਭੀਰੀ। ਇਹ ਜਿਹੜੇ ਸਲੋਕ ਦਾ ਆਪਾਂ ਪਾਠ ਸਰਵਣ ਕੀਤਾ, ਜਿਹਦੀ ਆਪਾਂ ਵਿਚਾਰ ਸਾਂਝੀ ਕਰਨੀ ਹੈ। ਦੂਸਰਾ ਸਲੋਕ ਹੈ। ਗੁਰਦੇਵ ਪਿਤਾ ਮਹਾਰਾਜ ਜੀ ਦੇ ਸਮਝਾਉਣ ਦਾ ਤਰੀਕਾ ਬੜਾ ਨਿਵੇਕਲਾ ਹੈ। ਏਡੇ ਕਮਾਲ ਦੇ ਉਸਤਾਦ ਨੇ, ਏਡੇ ਕਮਾਲ ਦੇ ਟੀਚਰ ਨੇ, ਏਡੇ ਕਮਾਲ ਦੇ ਅਧਿਆਪਕ ਨੇ ਸਾਡੇ ਗੁਰੂ ਪਾਤਸ਼ਾਹ, ਕਿ ਜਿਹੜਾ ਬਿਲਕੁਲ ਸਧਾਰਨ ਤੋਂ ਸਧਾਰਨ ਵਿਅਕਤੀ ਹੈ ਉਹਨੂੰ ਵੀ ਆਪਣੀ ਗੱਲ ਸਮਝਾ ਸਕਦੇ ਨੇ, ਬਾਸ਼ਰਤ ਕੋਈ ਬੰਦਾ ਗੱਲ ਸਮਝਣਾ ਚਾਹਵੇ ਤਾਂ। ਇਹ ਗੱਲ ਬੜਾ ਲੰਬਾ ਟਾਈਮ ਗੁਰਦੁਆਰਿਆਂ ਵਿੱਚ ਗੁਰੂ ਦੀ ਹਜ਼ੂਰੀ ਵਿੱਚ ਖੁੱਲ੍ਹੇ ਪੰਡਾਲ ਲਾ ਕੇ ਪ੍ਰਚਾਰੀ ਗਈ ਵੀ ਗੁਰਬਾਣੀ ਬੰਦੇ ਦੀ ਸਮਝ ਤੋਂ ਪਰੇ ਹੈ, ਵੀ ਇਹ ਸਮਝੀ ਨਹੀਂ ਜਾ ਸਕਦੀ, ਵੀ ਗੁਰੂ ਸਾਹਿਬ ਕੋਈ ਐਸਾ ਗਿਆਨ ਉਚਾਰਨ ਕਰਨ ਜਿਹੜਾ ਮਨੁੱਖ ਦੇ ਸਮਝ ਵਿੱਚ ਨਾ ਆਵੇ। ਸੋਚ ਕੇ ਵੇਖੋ, ਜੇ ਸਮਝ ਹੀ ਨਾ ਆਇਆ ਤਾਂ ਆਪਾਂ ਮੰਨਾਂਗੇ ਕੀ? ਬਾਣੀ ਵਿੱਚ ਤਾਂ ਬਾਰ-ਬਾਰ ਗੱਲ ਆਈ ਹੈ ਵੀ ਮੰਨੇ ਕੀ ਗਤ ਕਹੀ ਨਾ ਜਾਏ। ਗੁਰਬਾਣੀ ਵਿੱਚ ਤਾਂ ਆਪਾਂ ਨੂੰ 4 ਪੌੜੀਆਂ ਜਦੋਂ ਜਪਜੀ ਸਾਹਿਬ ਪੜ੍ਹਦੇ ਹਾਂ, ਪਹਿਲਾਂ ਗੱਲ ਸੁਣਨ ਦੀ ਹੈ, ਫਿਰ ਗੱਲ ਅੱਗੇ ਜਾ ਕੇ ਮੰਨਣ ਦੀ ਹੈ। ਅਤੇ ਜਿਸ ਬੰਦੇ ਨੇ ਆਪਣੀ ਜ਼ਿੰਦਗੀ 'ਚ ਗੱਲ ਨੂੰ ਸੁਣਿਆ ਵੀ ਨਹੀਂ ਅਤੇ ਸਮਝਿਆ ਵੀ ਨਹੀਂ, ਤੁਸੀਂ ਮੰਨਣ ਦੀ ਉਮੀਦ ਉਹਦੇ ਕੋਲੋਂ ਕਿੱਦਾਂ ਲਾ ਸਕਦੇ ਹੋ ਭਲਾ? ਗੁਰੂ ਸਾਹਿਬ ਨੇ ਇੱਦੀਆਂ ਕਮਾਲ ਦੀਆਂ ਐਗਜ਼ੈਂਪਲਾਂ ਐਨ ਜਿਹੜੀਆਂ ਸੰਸਾਰ 'ਤੇ ਆਮ ਪ੍ਰੈਕਟੀਕਲ ਸੰਸਾਰ 'ਤੇ ਆਮ ਲੋਕਾਂ ਨਾਲ ਵਾਪਰਦੀਆਂ ਸੀ, ਉਹ ਉਦਾਹਰਨਾਂ ਦੇ ਦੇ ਕੇ ਸਤਿਗੁਰ ਨੇ ਗੁਰਬਾਣੀ ਵਿੱਚ ਸਾਨੂੰ ਸਮਝਾਇਆ। ਕੋਈ ਭੁਲੇਖਾ ਨਹੀਂ ਰਹਿਣ ਦਿੱਤਾ। ਪਰ ਗੱਲ ਇੱਥੇ ਇੱਕ ਸਮੱਸਿਆ ਖੜੀ ਹੋ ਗਈ। ਜਿੰਨਾ ਸਮਾਂ ਮਨੁੱਖ ਨੇ ਆਪਣੇ ਕਾਰੋਬਾਰ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਬਿਜ਼ਨਸ ਨੂੰ, ਆਪਣੇ ਧੰਦੇ ਨੂੰ, ਬਾਕੀ ਨੂੰ ਦਿੱਤਾ, ਦੇਣਾ ਚਾਹੀਦਾ ਹੈ। ਸਾਡਾ ਇਹ ਵੀ ਸਾਡਾ ਇੱਕ ਧਰਮ ਹੈ, ਜਿਹੜਾ ਅਸੀਂ ਆਪਣੀ ਪਰਿਵਾਰ ਦੀ ਪਾਲਣਾ ਪੋਸ਼ਣਾ ਕਰਨੀ ਹੈ, ਆਪਣੇ ਬੱਚੇ ਪੜ੍ਹਾਉਣੇ ਲਿਖਾਉਣੇ ਨੇ, ਆਪਣਾ ਕਾਰੋਬਾਰ ਬਿਜ਼ਨਸ ਚਲਾਉਣਾ ਹੈ। ਗੁਰਮਤਿ ਇਹ ਤੋਂ ਰੋਕਦੀ ਥੋੜ੍ਹਾ ਕਿਤੇ। ਗੁਰਮਤਿ ਨੇ ਇਸ ਗੱਲ ਦੀ ਕੋਈ ਮਨਾਹੀ ਥੋੜ੍ਹਾ ਕੀਤੀ ਹੈ। ਗੁਰਮਤਿ ਕਹਿੰਦੀ ਹੈ ਕਰ। ਜੇ ਇਸ ਗੱਲ ਦੀ ਮਨਾਹੀ ਹੁੰਦੀ ਤਾਂ ਗੁਰੂ ਰਾਮਦਾਸ ਮਹਾਰਾਜ ਅੰਮ੍ਰਿਤਸਰ ਜਦੋਂ ਉਹ ਸ਼ਹਿਰ ਤੁੰਗ ਪਿੰਡ ਦੀ ਜ਼ਮੀਨ ਖਰੀਦ ਕੇ ਵਸਾਉਂਦੇ ਨੇ ਅਤੇ 52 ਕਿੱਤਿਆਂ ਦੇ ਵਪਾਰੀ ਲਿਆ ਕੇ ਵੱਖ-ਵੱਖ ਕਿੱਤਿਆਂ ਨਾਲ ਸੰਬੰਧ ਰੱਖਣ ਵਾਲੇ ਕਿਉਂ ਵਸਾਉਂਦੇ? ਜੇ ਗੁਰੂ ਸਾਹਿਬ ਕਾਰੋਬਾਰ ਨੂੰ, ਬਿਜ਼ਨਸ ਨੂੰ, ਵਪਾਰ ਨੂੰ ਤਰਜੀਹ ਦੇ ਰਹੇ ਨੇ, ਜੇ ਸੰਸਾਰ 'ਤੇ ਕੰਮ ਨਹੀਂ ਹੋਏਗਾ ਤਾਂ ਸਮਾਜ ਦੁਨੀਆ ਤਰੱਕੀ ਨਹੀਂ ਕਰ ਸਕਦੀ। ਹਾਂ, ਪਰ ਨਾਲ ਨਾਲ ਸਤਿਗੁਰ ਨੇ ਵੀ ਆਖਿਆ, ਜਿੱਥੇ ਬਾਹਰ ਵਾਸਤੇ ਇੰਨੀ ਭੱਜ ਨੱਸ ਕਰਦਾ ਹੈ, ਜਿਹਦੇ ਨਾਲ ਤੇਰਾ ਤਨ ਸੁਖੀ ਹੋ ਸਕੇ, ਤੇਰਾ ਪਰਿਵਾਰ ਸਮਾਜ ਸੁਖੀ ਹੋ ਸਕੇ, ਉਹ 'ਤੇ ਥੋੜ੍ਹਾ ਜਿਹਾ ਜ਼ੋਰ ਆਪਣੇ ਮਨ ਬਾਰੇ ਵੀ ਲਾ ਲਿਆ ਕਰ। ਕਿਉਂਕਿ ਮਨ ਕਰਕੇ ਤੂੰ ਅਪਸੈਟ ਹੈ, ਮਨ ਕਰਕੇ ਤੂੰ ਆਵਾਜ਼ਾਰ ਹੈ, ਮਨ ਕਰਕੇ ਤੂੰ ਪਰੇਸ਼ਾਨੀਆਂ 'ਚ ਘਿਰਿਆ ਪਿਆ। ਜਿੰਨਾ ਜ਼ੋਰ ਤੂੰ ਬਾਹਰ ਨੂੰ ਲਾ ਰਿਹਾ। ਸ਼ਬਦ ਭਾਈ ਸਾਹਿਬ ਪੜ੍ਹ ਰਹੇ ਸੀ ਨਾ, ਬਾ ਕਮਾਲ। ਜਦੋਂ ਅਰਥ ਸਮਝ ਆਉਂਦੇ ਹੋਣ ਨਾ, ਫਿਰ ਸ਼ਬਦ ਵਿੱਚ ਸੁਰਤ ਟਿਕਦੀ ਹੈ। ਵੀ ਏਡੀ ਕਮਾਲ ਦੀ ਗੱਲ ਗੁਰਦੇਵ ਨੇ ਕਿ ਵੀ ਘਰ ਵਿੱਚ ਹੀ ਹੁਣ ਮੇਰੀ ਪ੍ਰੀਚੇ ਹੋ ਗਈ, ਮੇਰੀ ਸਾਂਝ ਪੈ ਗਈ ਹੈ, ਜਿਹਨੂੰ ਕਹਿੰਦੇ ਨੇ ਐਸੋ ਪਰਚੋ ਪਾਇਆ ਦਾ ਅਰਥ ਹੈ ਹੁਣ ਮੇਰੀ ਸਾਂਝ ਬਣ ਗਈ ਹੈ। ਜਿਵੇਂ 730 ਨੰਬਰ ਅੰਕ 'ਤੇ ਆਪਾਂ ਸ਼ਬਦ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਸਾਰਿਆਂ ਨੂੰ ਯਾਦ ਹੋਣਾ ਹੈ। ਬਹੁਤ ਰਾਗੀ ਸਿੰਘਾਂ ਨੇ ਉਹ ਸ਼ਬਦ ਗਾਇਆ ਵੀ ਹੈ। ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜ੍ਹਾਈ ਹੈ। ਉਸੇ ਸ਼ਬਦ ਦੇ ਵਿੱਚ ਜਦੋਂ ਅਸੀਂ ਤੀਸਰੇ ਬੰਦ ਦਾ ਪਾਠ ਕਰਦੇ ਹਾਂ, ਨਿਚਾਰ ਝਰੈ ਸਹਿਜ ਧੁਨ ਲਾਗੇ ਘਰ ਹੀ ਪਰਚਾ ਪਾਈਏ। ਪਰਚੇ ਦਾ ਅਰਥ ਹੈ ਪ੍ਰੀਚੈ। ਹੁਣ ਮੈਨੂੰ ਬਾਹਰ ਜਾਣ ਦੀ ਲੋੜ ਨਹੀਂ, ਮੇਰੀ ਹੁਣ ਹਿਰਦੇ ਰੂਪੀ ਘਰ 'ਚ ਉਸ ਸੱਚ ਦੇ ਨਾਲ ਪ੍ਰੀਚੇ ਹੋ ਗਈ, ਸਾਂਝ ਪੈ ਗਈ ਆ।
ਹੁਣ ਗੁਰੂ ਸਾਹਿਬ ਨੇ ਏਡੀਆਂ ਸੌਖੀਆਂ ਉਦਾਹਰਨਾਂ ਦੇ ਦੇ ਕੇ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਹੈ, ਪਰ ਜੇ ਫਿਰ ਵੀ ਮਨੁੱਖ ਨਾ ਸਮਝੇ ਤੇ ਇਹੋ ਕਿਹਾ ਜਾ ਸਕਦਾ ਹੈ ਕਿ ਇਹਦੀ ਆਪਣੀ ਅਣਗਹਿਲੀ ਹੈ ਜਾਂ ਆਪਣਾ ਆਲਸਪੁਣਾ ਹੈ। ਹੁਣ ਇਸ ਸ਼ਲੋਕ ਦੇ ਬੋਲ ਧਿਆਨ ਨਾਲ ਸੁਣਿਓ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਸੁਣ ਮੁੰਦੇ ਹਰਨਾਖੀਏ ਗੂੜਾ ਵੈਣ ਅਪਾਰ, ਹੇ ਜੋਬਨ ਭਰੀਏ ਜੀਵ ਇਸਤਰੀਏ। ਹੁਣ ਜਦੋਂ ਬਾਣੀ 'ਚ ਇੱਦਾਂ ਸ਼ਬਦ ਵਰਤੇ ਨੇ ਨਾ, ਇੱਥੇ ਭਾਵੇਂ ਕੋਈ ਨਰ ਹੈ, ਭਾਵੇਂ ਕੋਈ ਮਾਦਾ ਹੈ, ਭਾਵੇਂ ਕੋਈ ਇਸਤਰੀ ਹੈ ਅਤੇ ਭਾਵੇਂ ਕੋਈ ਪੁਰਸ਼ ਹੈ, ਇਸ ਸ਼ਬਦ ਸਾਰਿਆਂ ਲਈ, ਸਾਰੇ ਬੋਲੋ ਪਿਆਰਿਓ, ਸਾਂਝਾ ਹੈ। ਇੱਥੇ ਗੁਰੂ ਸਾਹਿਬ ਜਦੋਂ ਬਾਣੀ 'ਚ ਇੱਥੇ ਕਹਿੰਦੇ ਨਾ, ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ, ਉਹਦਾ ਅਰਥ ਇਹ ਹੈ ਜਦੋਂ ਉਸ ਪਰਮੇਸ਼ਰ ਨੂੰ ਪੇਸ਼ ਕੀਤਾ, ਉਸ ਪਰਮੇਸ਼ਰ ਦੀ ਗੱਲ ਕੀਤੀ, ਉਹਨੂੰ ਕੰਤ ਬਣਾ ਕੇ ਪੇਸ਼ ਕੀਤਾ। ਉਹ ਖਸਮ ਹੈ, ਕੰਤ ਹੈ, ਆਪਾਂ ਸਾਰੇ ਉਹਦੀਆਂ ਜੀਵ ਇਸਤਰੀਆਂ। ਹੁਣ ਸਾਡੇ ਜੀਵਨ 'ਤੇ ਡਿਪੈਂਡ ਕਰਦਾ ਕਿੰਨੀਆਂ ਸੁਹਾਗਣਾ ਹੋ ਕੇ ਜੀਵਨ ਜਿਉਂਦੀਆਂ ਨੇ ਅਤੇ ਕਿੰਨੀਆਂ ਦੁਹਾਗਣਾ ਹੋ ਕੇ ਜੀਵਨ ਜਿਉਂਦੀਆਂ ਨੇ। ਹੈਗੀਆਂ ਜੀਵ ਇਸਤਰੀਆਂ। ਜਿਹੜੀ ਇੱਕ ਮਾਰਗ ਦੇ ਲੜ ਲੱਗਦੀ ਹੈ ਉਹਨੂੰ ਸੁਹਾਗਣ ਕਹਿੰਦੇ ਨੇ, ਜਿਹਨੇ ਕੋਈ ਥਾਂ ਨਹੀਂ ਛੱਡਿਆ ਉਹਨੂੰ ਦੁਹਾਗਣ ਕਹਿੰਦੇ ਨੇ। ਜਿਹੜੀ ਉੱਥੇ ਵੀ ਮੱਥਾ ਟੇਕ, ਉੱਥੇ ਵੀ ਮੱਥਾ ਟੇਕ, ਉਹਨੂੰ ਵੀ ਪੂਜ। ਲੜਾਈ ਕਾਹਦੀ ਹੈ? ਟਕਰਾਅ ਕਾਹਦਾ? ਟਕਰਾਅ ਇਹ ਹੈ ਜਦੋਂ ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ, ਮੈਂ ਕਹਿੰਦਾ ਇੱਕ ਹੈ। ਜਬ ਹਮ ਏਕੋ ਏਕ ਕਰ ਜਾਂਦੇ ਹਾਂ ਤਬ ਲੋਗਾ ਕਾਹੇ ਦੁੱਖ ਮਾਨਿਆ। ਤੁਸੀਂ ਮੰਨੀ ਜਾਓ, ਕਹਿੰਦੇ ਤੁਸੀਂ ਅਨੇਕਤਾ ਦੀ ਪੂਜਾ ਕਰੀ ਜਾਓ, ਮੈਂ ਤੁਹਾਨੂੰ ਮਨਾ ਥੋੜ੍ਹਾ ਕਰਦਾ, ਪਰ ਤੁਸੀਂ ਮੈਨੂੰ ਇੱਕ ਨੂੰ ਮੰਨਣ ਤੋਂ ਥੋੜ੍ਹਾ ਰੋਕ ਸਕਦੇ ਹੋ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਹੈ। ਜਬ ਹਮ ਏਕੋ, ਸਾਰੇ ਬੋਲੋ ਨਾਲ, ਜਬ ਹਮ ਏਕੋ ਏਕ ਕਰ ਜਾਂਦੇ ਹਾਂ ਤਬ ਲੋਗਾ ਕਾਹੇ ਦੁੱਖ ਮਾਨਿਆ। ਕਹਿੰਦੇ ਮੇਰੇ ਇੱਕ ਮੰਨਣ ਨਾਲ ਸੰਸਾਰ ਨੂੰ, ਲੋਕਾਂ ਨੂੰ ਕਿਉਂ ਤਕਲੀਫ ਹੈ? ਤੇ ਲੋਕਾਂ ਵਿੱਚ ਕਿਹਨਾਂ ਨੂੰ ਤਕਲੀਫ ਸੀ ਭਲਾ? ਜਿਨ੍ਹਾਂ ਨੂੰ ਜ਼ਿਆਦੇ ਰੱਬ ਬਣਾਉਣ ਵਿੱਚ ਜਿਨ੍ਹਾਂ ਦਾ ਆਪਣਾ ਕਾਰੋਬਾਰ ਚੱਲਦਾ ਸੀ। ਜਿਹੜੇ ਕਹਿੰਦੇ ਸੀ ਉੱਥੇ ਵੀ ਮੱਥਾ ਟੇਕੋਗੇ ਤੁਹਾਡੇ ਆਹ ਮਸਲਾ ਹੋਵੇਗਾ। ਬਾਣੀ ਨੇ ਕਿਹਾ ਇੱਕੋ ਹੀ ਹੈ, ਪਰ ਉਹ ਸਰਬ ਵਿਆਪਕ ਹੈ, ਤੈਨੂੰ ਕਿਤੇ ਬਾਹਰ ਭਟਕਣ ਦੀ ਲੋੜ ਨਹੀਂ। ਗੁਰੂ ਗ੍ਰੰਥ ਸਾਹਿਬ 'ਚ ਤੁਸੀਂ ਕੋਈ ਸ਼ਬਦ ਵੇਖ ਲਓ, ਬਾਣੀ ਕਹਿੰਦੀ ਆਪ ਆਪਣੇ ਵੱਲ ਧਿਆਨ ਮਾਰ। ਜਨ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ। ਕਿਤੇ ਬਾਣੀ 'ਚ ਆਖਿਆ ਰੱਬ ਤੇਰੇ ਤੋਂ ਵੱਖਰਾ ਹੈ ਨਾ, ਕਹਿੰਦੇ ਤੂੰ ਆਪਣੇ ਆਪ ਨੂੰ ਵੇਖ। ਹੁਣ ਇੱਥੇ ਕਿਹਾ ਸੁਣ ਮੁੰਦੇ ਹਰਨਾਖੀਏ, ਹੇ ਜੋਬਨ ਭਰੀਏ ਜੀਵ ਇਸਤਰੀਏ, ਨਾਲ ਕਹਤਾ ਹਰਨਾਖੀਏ। ਹਰਨਾਖ ਕਹਿੰਦੇ ਨੇ, ਹਰਨਾਖੀ ਦਾ ਅਰਥ ਆ ਹਿਰਨ ਦੀਆਂ ਅੱਖਾਂ ਵਾਲੀਏ, ਕਿਉਂਕਿ ਹਿਰਨ ਦੀ ਅੱਖ ਬੜੀ ਤੇਜ਼ ਹੈ। ਤੁਸੀਂ ਵੇਖੋ ਜਦੋਂ ਹਿਰਨ ਨੂੰ ਕੋਈ ਮਾਰਦਾ ਹੈ ਨਾ, ਸ਼ਿਕਾਰ ਕਰਦਾ, ਉਹਦਾ ਬਹੁਤ ਚੰਚਲ ਹੈ ਉਹ ਜਾਨਵਰ, ਐਨ ਅੱਖ ਦੇ ਝਮੱਕੇ 'ਚ ਕਿਤੇ ਨਾ ਕਿਤੇ ਪਹੁੰਚ ਜਾਂਦਾ ਹੈ। ਕਹਿੰਦੇ ਬੰਦਿਆ ਤੇਰੀ ਵੀ ਅੱਖ ਇੱਦਾਂ ਦੀ ਚਾਹੀਦੀ ਹੈ, ਤੂੰ ਹਰ ਇੱਕ ਕੰਮ ਨੂੰ ਬੜੇ ਧਿਆਨ ਨਾਲ ਬਰੀਕ। ਵੈਸੇ ਸਿੱਖ ਦਾ ਅਰਥ ਹੀ ਪਾਰਖੂ, ਜਿਹੜਾ ਪਰਖ ਕਰਨ ਵਾਲਾ ਹੋਵੇ। ਜਿਵੇਂ ਅਸੀਂ ਬਾਕੀ ਦੁਨਿਆਵੀ ਕੰਮਾਂ 'ਚ ਨਹੀਂ ਪਰਖ ਪੜਚੋਲ ਕਰਦੇ। ਕਿਸੇ ਪੁੱਤਰ ਧੀ ਦਾ ਰਿਸ਼ਤਾ ਕਰਨਾ ਹੋਵੇ, ਕੋਈ ਕਾਰੋਬਾਰ ਲੈਣਾ ਹੋਵੇ, ਤਾਂ 100 ਵਾਰ ਨਹੀਂ ਆਪਾਂ ਟੋਂਦੇ ਵੀ ਕਿਤੇ ਮੇਰੇ ਨਾਲ ਧੋਖਾ ਨਾ ਹੋ ਜਾਏ। ਹੁਣ ਪਾਤਸ਼ਾਹ ਜੀ ਕਹਿੰਦੇ ਸੁਣ ਮੁੰਦੇ, ਸਾਰੇ ਨਾਲ ਸਕਰੀਨ 'ਤੇ ਦਰਸ਼ਨ ਕਰੋ, ਸ਼ਬਦ ਦੇ ਨਾਲ ਵੇਖੋ ਧਿਆਨ ਨਾਲ। ਸੁਣ ਮੁੰਦੇ ਹਰਨਾਖੀਏ, ਹੇ ਹਿਰਨ ਦੀਆਂ ਅੱਖਾਂ ਵਾਲੀਏ ਜੀਵ ਇਸਤਰੀਏ, ਗੂੜਾ ਵੈਣ, ਸਾਰੇ ਬੋਲੋ ਨਾਲ ਸਾਧ ਸੰਗਤ ਜੀ, ਗੂੜਾ ਵੈਣ ਅਪਾਰ। ਵੈਣ ਦਾ ਅਰਥ ਕੀ ਹੈ? ਬੋਲ, ਸ਼ਬਦ। ਅਪਾਰ ਜਿਹਦਾ ਕੋਈ ਉਰਲਾ ਤੇ ਆ। ਤੈਨੂੰ ਮੈਂ ਇੱਕ ਪਤੇ ਦੀ ਗੱਲ ਦੱਸਾਂ। ਕਿਹਨੂੰ ਕਹਿ ਰਹੇ ਨੇ? ਇੰਜ ਕਹਿ ਲਓ, ਮੈਨੂੰ ਕਹਿ ਰਹੇ ਨੇ। ਸਾਰੇ ਆਪਣੇ ਆਪ ਨੂੰ ਕਹੋ, ਇਹ ਗੁਰੂ ਨਾਨਕ ਸਾਹਿਬ ਮੈਨੂੰ ਕਹਿ ਰਹੇ ਨੇ, ਆ ਤੈਨੂੰ ਮੈਂ ਇੱਕ ਪਤੇ ਦੀ ਗੱਲ ਦੱਸਾਂ। ਕਿਹੜੀ? ਕਿ ਪਹਿਲਾਂ ਵਸਤ ਸਿਝਾਣ ਕੇ ਤਾਂ ਕੀਚੈ। ਹੁਣ ਇਸ ਨੁਕਤੇ ਨੂੰ ਤੁਸੀਂ ਜਿੱਥੇ ਮਰਜ਼ੀ ਲਾ ਲਓ। ਜੇ ਕੋਈ ਕਾਰੋਬਾਰ ਸ਼ੁਰੂ ਕਰਨਾ ਤਾਂ ਲਾ ਲਓ, ਕੋਈ ਵੀ ਕੰਮ ਸ਼ੁਰੂ ਕਰਨਾ ਤੁਸੀਂ ਇਸ ਤੁਕ ਨੂੰ ਲਾ ਲਓ ਵੀ ਤੁਸੀਂ ਕਿਸੇ ਵੀ ਕੰਮ ਨੂੰ ਹੱਥ ਪਾਉਣ ਲੱਗੇ ਜੇ ਪਹਿਲਾਂ ਪਰਖ ਕਰ ਲਓ, ਇਹ 'ਚ ਨਫਾ ਹੋਏਗਾ ਕਿ ਬੰਦੇ ਨੂੰ ਪਹਿਲਾਂ ਪਤਾ ਲੱਗ ਜਾਏ ਵੀ ਜਿਹੜੇ ਕੰਮ ਨੂੰ ਮੈਂ ਹੱਥ ਪਾ ਰਿਹਾ ਇਹ 'ਚ ਨੁਕਸਾਨ ਹੋਣਾ ਹੈ। ਸਾਧ ਸੰਗਤ ਜੀ ਇਮਾਨਦਾਰੀ ਨਾਲ ਸੋਚਿਓ, ਬੰਦੇ ਨੂੰ ਪਹਿਲਾਂ ਪਤਾ ਲੱਗ ਜਾਏ ਵੀ ਜਿਹੜੇ ਕੰਮ 'ਚ ਮੈਂ ਹੱਥ ਪਾਉਣ ਲੱਗਾ ਇਹ 'ਚ ਫਾਇਦਾ ਨਹੀਂ, ਨੁਕਸਾਨ ਹੀ ਨੁਕਸਾਨ ਆ। ਕਿਉਂ ਸਾਧ ਸੰਗਤ ਜੀ? ਬੰਦਾ ਕੰਮ ਕਰੇਗਾ? ਬੋਲ ਕੇ ਦੱਸਿਓ ਜੀ। ਚਲੋ ਕਾਰੋਬਾਰ 'ਚ ਬੰਦਾ ਇਸ ਕਰਕੇ ਹੱਥ ਪਾਉਂਦਾ ਵੀ ਉਹ 'ਚ ਨੂੰ ਇਹ ਵੀ ਹੁੰਦਾ ਫਾਇਦਾ ਵੀ ਹੋ ਸਕਦਾ, ਨੁਕਸਾਨ ਵੀ ਹੋ ਸਕਦਾ। ਮੰਨ ਲਓ 2 ਸਾਲ ਨੁਕਸਾਨ ਹੋਇਆ, ਅਗਲੇ ਸਾਲ ਨਫਾ ਹੋ ਸਕਦਾ, ਬੰਦਾ ਤੁਰਿਆ ਜਾਂਦਾ। ਪਰ ਜਿਸ ਕੰਮ 'ਚ ਬੰਦੇ ਨੂੰ ਇਹ ਪਹਿਲਾਂ ਹੀ ਪਤਾ ਹੋਵੇ ਕਿ ਇਸ ਕੰਮ 'ਚ ਕੀਤਿਆਂ ਨੁਕਸਾਨ ਹੀ ਨੁਕਸਾਨ ਵਾ, ਕੀ ਬੰਦਾ ਫਿਰ ਵੀ ਕਰੇਗਾ ਜੀ? ਮਤਲਬ ਨਫਾ ਹੋਣਾ ਹੀ ਨਹੀਂ ਕਦੀ।
मतलब इदां मान ला भी इस काम च हथ पाया तेरा कदी नफा नहीं होना, तेनू घाटा ही पैना। फिर भी करेगा बंदा? नहीं करेगा, सुभावक है नहीं करेगा। पर पातशाह जी कहते बंदा इत्थे काम ही वो कर रहा, इनू पता भी हैगा। हुण गुरु ग्रंथ साहिब की बाणी पढ़ के वेखो, पातशाह जी कहते रे मूड़े, सारे बोलो रे मूड़े लाहे को तू टीला टीला। लाहे काम वास्ते तू ढिला है, टोटे को बेग ताया। टोटा कहते ने घाटा, जेड़े काम तेनों घाटा पैना वो तेरे च पता नहीं कित्थों एनर्जी आ जाती, कित्थों तेरे ताकत आ जाती है, पता नहीं तू भज भज किदां तुरदा है उधर नूं। पर जेड़े काम तेनों फायदा है ਉਹਦੇ वास्ते तेरे को बहाने। तुसीं कदी नोट करियो, बंदे ने चंगा काम करना होवे ते बंदे को 36 बहाने ने, माड़ा काम करना होवे ते कोई बहाना नहीं। उदों तो एनर्जी भी आ जाती बंदे विच काम करन दी, भज्जण दी, नस्सण दी। बुरे काम तां ही आखा बुरे काम को उठ खलोया नाम की बेड़ा। बुरे काम लिए तो बंदा आधी रात भी उठेगा, उतों नींद भी कोई नहीं। चोरी करनी, बेईमानी करनी है, ठगी है, धोखा करना किसी ना, कोई नींद लागे आउंदी, कोई आलस आउंदा लागे। हुण इत्थे पातशाह जी कहंदे सुण मुंदे हरनाखीए गूढ़ा डूंगा वैन अपार। वैन कहते ने बोल नूं। आ तैनूं मैं बड़े पते की गल दसां, पहला वस्त सजाण के तां कीचै। हुण तुसीं कारोबार लैण लगे जे, हुण जिस बंदे दे कोलों कारोबार खरीद रहे जे, पहला कारण जानते हो ना भी ये वेच क्यों रहा, इहदा चलदा नहीं होऊगा तां वेच रहा, कि जां चलदा है इहदे कोल टाइम है नहीं, जां इहदे बिजनेस ज़्यादा ने। तुसीं कोई कारोबार खरीदोगे थोड़ी बहुती परख परचोल करोगे ना। मान लो तुसीं गैस स्टेशन खरीदण लगे जे, तुसीं कोई भी चीज़ लैण लगे जे, तुसीं कोई भी कारोबार शुरू कर लगे जे, इदां तो नहीं कि बंदा एकदम कहेगा जी मैं लै लेना। थोड़ा बहुता पुछदा ना भी जे ये वेच क्यों रहा वा, फिर पता करदा जी, सेल वेखदा साल डेढ़ साल की, फिर वेखदा नहीं जी सारा कुछ ठीक है, असल च इस बंदे को हुण टाइम नहीं है, ये होर बहुत बिजनेस हैगे ने। तुसीं पुत्तर धी दा रिश्ता करना, तुसीं कोई कारोबार शुरू कर लगे जे, तुसीं कोई जॉब कर लगे जे, घर लैण लगे जे, परख परचोल करी दी है ना। तो पातशाह जी कहंदे ने वो बंदिया जे बाकी सारे काम कर लग्या माड़ा मोड़ परख परचोल करदा, तो काम कर लग्या आत्मक तौर पर भी कदम पुट्टण लग्या थोड़ा बहुत, तां बाणी च आखिया सी ना नह बिलंब धर्मं बिलंब पापं। संस्कृति श्लोकां च वाक है, माड़ा काम कर लग्या देर कर, ते चंगा काम कर लग्या कदी देरी ना करो। जदों तुहाडे दिमाग 'च कोई चंगा ख्याल आउंदा, जदों ख्याल आ गया कर दो, जे माड़ा ख्याल आ गया तो उहनूं डिले कर दो, सोचो उहदे बारे, पेंडिंग पा दिओ, इंज कह लो। हो सकदा 2-4 दिनां बाद तुहाडे विचार बदल जाण, हो सकदा तुहाडे मन 'च ही ताकत आ जाए, तुसीं विचार चेंज कर लो। पर जे चंगा ख्याल आया ना, उन्होंने उस वेले ही कर दिओ, उस वेले। नह बिलंब धर्मं बिलंब पापं। पाप का अर्थ की है सोच। हुण पाप क्लीयर हो गया ना, इत्थे पाप किहनूं कहंदे ने, ख्याल तो मन 'च ही आया ना। पहला मन विच माड़ा ख्याल आउणा ही पाप है। जदों तेरे मन विच किसी प्रति माड़ा ख्याल आउंदा ना, उत्ते टाइम ला दे, उत्ते सोच विचार कर, उहदे ते कहे मैं कल नूं वेखूंगा, परसों वेखूंगा। 2-3 दिनों बाद हो सकदा तैनूं संगत मिल जाए, चंगे विचार मिल जाण, ना भी विचार मिले, तेरे अपने आप दे विच ही कोई अंदर विचार आ जाए, तूं कहें नहीं ये काम नहीं करना भाई। अज फर्क वेखो की आ। गुरबाणी पढ़ी बहुत जा रही है, पाठ हो रहे ने। तुसीं गुरु ग्रंथ साहिब के स्वरूप वाल वेख लो, गुटके वेख लो, अक्सर बिरध हो रहा तो बंदा पाठ कर रहा ना। पाठ हो रहे हैं, इस कोई शक नहीं, पर पाठ काहदे लई हो रहे हैं? पुत्तर हो जाए मेरे घर, मेरी दुकान चल जे, मेरा कारोबार चले, मैं इन्ने दिन पाठ करा, मेरा बिजनेस वधिया चले। इसदा मतलब कभी किसी बंदे ने इस वास्ते किया मैं अपने आप को बदलने वास्ते बाणी पढ़नी है, मैं अपने सुभाव को चेंज करना है, मैं अपने विचार चेंज करा। बाणी अपने आप वास्ते पढ़नी है।
ਬਾਣੀ ਇਸ ਵਾਸਤੇ ਪੜ੍ਹਨੀ ਸੀ ਕਿ ਮੈਂ ਵਿਚਾਰ ਚੇਂਜ ਕਰ ਸਕਾਂ, ਮੈਂ ਧੀ 'ਚੋਂ ਵੀ ਪੁੱਤ ਵੇਖ ਸਕਾਂ। ਮੈਂ ਤਾਂ ਬਾਣੀ ਪੜ੍ਹ ਕੇ ਇਹ ਮੰਗ ਰਿਹਾ ਮੈਨੂੰ ਪੁੱਤ ਮਿਲੇ। ਮੈਂ ਤਾਂ ਬਾਣੀ ਇਸ ਕਰਕੇ ਪੜ੍ਹਨੀ ਸੀ ਮੈਂ ਧੀ ਵਿੱਚੋਂ ਵੀ ਆਪਣਾ ਬੇਟਾ ਵੇਖ ਸਕਾਂ। ਕੱਲ੍ਹ ਨੂੰ ਨਾ ਵੀ ਔਲਾਦ ਹੋਵੇ ਤਾਂ ਮੈਂ ਆਪਣੇ ਮਨ ਨੂੰ ਇੰਨਾ ਸਟਰੋਂਗ ਕਰ ਸਕਾਂ, ਫਿਰ ਵੀ ਉਸ ਔਰਤ ਨੂੰ ਉੱਦਾਂ ਹੀ ਪਿਆਰ ਦਿੱਤਾ ਜਾਵੇ ਜਿਵੇਂ ਸਮਾਜ ਔਲਾਦ ਵਾਲੀਆਂ ਔਰਤਾਂ ਨੂੰ ਪਿਆਰ ਦਿੰਦਾ। ਬਾਣੀ ਨੇ ਤੈਨੂੰ ਚੇਂਜ ਕਰਨਾ ਸੀ, ਤੂੰ ਤਾਂ ਬਾਣੀ ਪੜ੍ਹ ਕੇ ਪਦਾਰਥ ਮੰਗਦਾ ਫਿਰਦਾ। ਅੱਜ ਕੀ ਹੋ ਰਿਹਾ? ਫਲ, ਮਨੋਕਾਮਨਾਵਾਂ, ਮੈਨੂੰ ਆਹ ਮਿਲ ਜਾਏ, ਮੈਨੂੰ ਆਹ ਮਿਲ ਜਾਏ। ਅਤੇ ਜਪਜੀ ਸਾਹਿਬ 'ਚ ਆਪਾਂ ਕੀ ਪੜ੍ਹਦੇ ਹਾਂ? ਜੋ ਤੁਧ ਭਾਵੈ, ਸਾਰੇ ਬੋਲੋ ਭਾਈ, ਜੋ ਤੁਧ ਭਾਵੈ। ਉਹਦਾ ਮੀਨਿੰਗ ਕੀ ਹੈ? ਰੱਬ ਜੀ ਜੋ ਤੁਹਾਨੂੰ ਭਾਉਂਦਾ ਹੈ ਉਹ ਮੈਨੂੰ ਵੀ ਚੰਗਾ ਲੱਗਣ ਲੱਗ ਪਵੇ। ਜੇ ਚੰਗਾ, ਆਹ ਦੇਸ਼ ਕਿਉਂ ਸੋਹਣਾ ਹੈ? ਜੇ ਦੇਸ਼ ਦਾ ਕਾਨੂੰਨ ਮੰਨਣ ਵਾਲਾ ਬੰਦਾ, ਹੁਣ ਹਰ ਬੰਦਾ ਇਹੋ ਚਾਹੁੰਦਾ ਨਾ, ਉਹ ਚਾਹੁੰਦੇ ਆ ਵੀ ਤੁਸੀਂ ਇਸ ਦੇਸ਼ 'ਚ ਬੈਠੇ ਜੇ ਸਾਡਾ ਕਾਨੂੰਨ ਮੰਨੋ, ਕਾਨੂੰਨ ਦੀ ਪਾਲਣਾ ਕਰੋ, ਵਧੀਆ ਸਿਟੀਜ਼ਨ ਬਣ ਜਾਓਗੇ। ਅਤੇ ਜੇ ਹਰ ਬੰਦਾ ਕਵੇ ਕਾਨੂੰਨ ਦੇਸ਼ ਮੇਰੇ ਮੁਤਾਬਕ ਚੱਲੇ, ਇਮਾਨਦਾਰੀ ਨਾਲ ਦੱਸੋ ਜੀ ਦੇਸ਼ ਵਧੀਆ ਚੱਲ ਸਕਦਾ? ਦੇਸ਼ ਛੱਡੋ, ਘਰ ਨਹੀਂ ਚੱਲੇਗਾ। ਜੇ ਘਰ ਦੇ ਸਾਰੇ ਜੀ ਆਪਣੀ ਆਪਣੀ ਮਰਜ਼ੀ ਨਾਲ ਘਰ ਚਲਾਉਣ ਲੱਗਣ, ਘਰ ਚੱਲੇਗਾ? ਸਾਧ ਜੀ ਬੋਲ ਕੇ ਦੱਸੋ। ਘਰ ਦਾ ਵੀ ਕੋਈ ਨੇਮ ਹੈ ਨਾ, ਕੋਈ ਮਰਿਆਦਾ ਹੈ ਨਾ, ਕੋਈ ਅਸੂਲ ਹੁੰਦੇ ਨੇ। ਘਰ ਚਲਾਉਣ ਲਈ ਵੀ ਕੁਝ ਅਸੂਲ ਹੁੰਦੇ ਨੇ, ਅਤੇ ਜਿਨ੍ਹਾਂ ਘਰਾਂ 'ਚ ਅਸੂਲ ਹੁੰਦੇ ਨੇ, ਅੱਜ ਵੀ 50-50, 60-60, 84 ਮੈਂਬਰ ਇੱਕ ਘਰ ਵਿੱਚ ਅੱਜ ਵੀ ਰਹਿ ਰਹੇ ਨੇ। ਪਿੱਛੇ ਤੁਸੀਂ ਕਈ ਇੰਟਰਵਿਊ ਵੇਖੇ ਹੋਣੀਆਂ ਆਪਣੇ ਪੰਜਾਬੀ ਪਰਿਵਾਰਾਂ ਦੀਆਂ, ਜਿੱਥੇ 84 ਤੋਂ ਵੱਧ 100 ਦੇ ਕਰੀਬ ਪਰਿਵਾਰਕ ਮੈਂਬਰ ਨੇ। ਸੋਚੋ 100 ਬੰਦਾ, ਜਿੱਥੇ ਦਾਦੇ ਪੜਦਾਦੇ, ਤਾਏ ਚਾਚੇ, ਗਾੜੀ ਬੇਟੇ ਪੋਤਰੇ ਦੋਤੀਆਂ ਵੀ ਇੱਕ ਘਰ 'ਚ ਰਹਿ ਰਹੇ ਆ। ਕਿੱਦਾਂ ਰਹਿ ਰਹੇ ਹੋਣਗੇ? ਸੋਚ ਕੇ ਵੇਖੋ ਭਲਾ। ਜਿਨ੍ਹਾਂ ਨੂੰ ਕਿਸੇ ਦੇ ਸੂਟਾਂ ਤੋਂ ਕੋਈ ਈਰਖਾ ਨਹੀਂ, ਕਿਸੇ ਦੇ ਕੱਪੜਿਆਂ ਤੋਂ ਕੋਈ ਜੈਲਸੀ ਨਹੀਂ, ਕੋਈ ਗੱਡੀ ਵੱਡੀ ਲੈ ਆ ਕੋਈ ਜੈਲਸੀ ਨਹੀਂ, ਉਹਨੇ ਵੱਧ ਕਮਾਏ ਮੈਂ ਘੱਟ ਕਮਾਏ। ਸੋਚੋ ਕਿਹੜੀ ਚੀਜ਼ ਸੀ ਉੱਥੇ ਭਲਾ? ਧਿਆਨ ਨਾਲ ਸੁਣਿਓ। ਹੁਣ ਵਿਪਰ ਆਂਦਾ ਸੀ ਧਰਤੀ ਨੂੰ ਬਲਦ ਨੇ ਚੱਕਿਆ। ਅੱਜ ਵੀ ਆਪਣੇ ਸਮਾਜ ਵਿੱਚ ਇੱਕ ਮਨੌਤ ਮੰਨੀ ਜਾਂਦੀ ਸੀ ਨਾ, ਵੀ ਜਦੋਂ ਭੁਚਾਲ ਆਉਣਾ ਕਹਿਣਾ ਧਰਤੀ ਨੂੰ ਨਾ ਬਲਦਾਂ ਨੇ ਚੱਕਿਆ, ਅਤੇ ਬਲਦ ਦੇ ਸਿੰਗ 'ਤੇ ਧਰਤੀ ਆ। ਜਦੋਂ ਬਲਦ ਆਪਣਾ ਸਿੰਗ ਬਦਲਦਾ ਅਤੇ ਭੁਚਾਲ ਆਉਂਦਾ। ਅਤੇ ਗੁਰੂ ਸਾਹਿਬ ਨੇ ਬੜੇ ਤਰੀਕੇ ਨਾਲ ਸਵਾਲ ਕੀਤਾ, ਕਹਿੰਦੇ ਵੀ ਜੇ ਧਰਤੀ ਨੂੰ ਬੈਲ ਨੇ ਚੱਕਿਆ ਤਾਂ ਉਹ ਬੈਲ ਖਲੋਤਾ ਕਾਹਦੇ 'ਤੇ ਆ? ਉਹ ਕਹਿੰਦਾ ਇੱਕ ਥੱਲੇ ਧਰਤੀ ਹੈਗੀ ਆ। ਮਹਾਰਾਜ ਕਹਿੰਦੇ ਫਿਰ ਉਸ ਧਰਤੀ ਨੂੰ ਕਿਹਨੇ ਚੱਕਿਆ? ਉਹਦੇ ਥੱਲੇ ਇੱਕ ਹੋਰ ਬੈਲ ਹੋਏਗਾ। ਮਹਾਰਾਜ ਕਹਿੰਦੇ ਫਿਰ ਜਾਂ ਤਾਂ ਅਖੀਰਲੀ ਧਰਤੀ ਬਿਨਾਂ ਬਲਦ ਤੋਂ ਖਲੋਤੀ ਆ, ਅਤੇ ਜਾਂ ਬਲਦ ਅਖੀਰਲਾ ਜਿਹੜਾ ਉਹ ਬਿਨਾਂ ਧਰਤੀ ਤੋਂ ਆ, ਜਾਂ ਧਰਤੀ ਬਿਨਾਂ ਬਲਦ ਤੋਂ ਆ। ਇੱਕ ਜਗ੍ਹਾ ਜਾ ਕੇ ਤਾਂ ਐਂਡ ਹੋਣਾ ਹੀ ਆ ਨਾ। ਹੁਣ ਆਪਾਂ ਜਪਜੀ ਸਾਹਿਬ ਦਾ ਪਾਠ ਰੋਜ਼ ਪੜ੍ਹਦੇ ਹਾਂ, ਕਿਹੜੀ ਪੌੜੀ ਭਲਾ? ਮਹਾਰਾਜ ਕਹਿੰਦੇ ਵੀ ਧਰਤੀ ਨੂੰ ਚੁੱਕਿਆ ਬਲਦ ਨਹੀਂ ਆ, ਇਹ 'ਚ ਕੋਈ ਸ਼ੱਕ ਨਹੀਂ। ਪਰ ਉਹ ਬਲਦ ਜਿਹੜਾ ਨਾ ਉਹ ਕਿਸੇ ਗਾਂ ਦੀ ਕੁੱਖ ਤੋਂ ਨਹੀਂ ਪੈਦਾ ਹੋਇਆ। ਪਤਾ ਕਿਹੜਾ ਵਾ? ਧੌਲ, ਧਰਮ। ਉਹ ਜਿਹੜਾ ਧੌਲ ਕਹਿੰਦੇ ਨੇ ਬਲਦ ਨੂੰ, ਉਹ ਧਰਮ ਦਾ ਬਲਦ ਵਾ। ਅਤੇ ਕਿਹਦੇ 'ਚੋਂ ਪੈਦਾ ਹੋਇਆ ਭਲਾ? ਦਇਆ ਕਾ ਪੂਤ। ਵੇਖੋ ਜਿਸ ਬੰਦੇ ਅੰਦਰ ਦਇਆ ਨਹੀਂ, ਉਹ ਧਰਮੀ ਵੀ ਨਹੀਂ ਹੋ ਸਕਦਾ। ਕਿਉਂ ਸਾਧ ਸੰਗਤ ਜੀ? ਪਹਿਲਾਂ ਭਰਾ ਦੇ ਅੰਦਰ ਦਇਆ ਆਉਂਦੀ ਆ ਕਿ ਜਿੱਦਾਂ ਦੇ ਮੇਰੇ ਬੱਚੇ ਉੱਦਾਂ ਦੇ ਮੇਰੇ ਭਰਾ ਦੇ ਬੱਚੇ। ਪਹਿਲਾਂ ਦਇਆ ਆਈ, ਫੇਰ ਹੀ ਧਰਮ ਨਿਭਾਇਆ ਨਾ, ਵੀ ਇਹ ਵੀ ਉਸੇ ਸਕੂਲ 'ਚ ਪੜ੍ਹੇ। ਕਿਉਂ ਸਾਧ ਸੰਗਤ ਜੀ? ਇੱਕ ਮਾਲਕ ਦੇ ਮਨ 'ਚ ਪਹਿਲਾਂ ਦਇਆ ਆਈ, ਫਿਰ ਉਹਨੇ ਕਿਹਾ ਜੇ ਮੇਰੇ ਬੱਚੇ ਚੰਗਾ ਖਾਣਾ ਖਾਂਦੇ ਤਾਂ ਮੇਰੇ ਸਟਾਫ ਦਾ ਬੱਚਾ ਵੀ ਚੰਗਾ ਖਾਣਾ ਖਾਣਾ ਚਾਹੀਦਾ ਨਾ। ਜੇ ਦਇਆ ਹੋਏਗੀ ਤਾਂ ਧਰਮ ਨਿਭਾਏ। ਜੇ ਬੰਦੇ ਦੇ ਅੰਦਰ ਦਇਆ, ਯਾਨੀ ਕਿ ਮਾਂ ਹੋਏਗੀ ਤਾਂ ਪੁੱਤ ਹੋਏਗਾ ਨਾ। ਜੇ ਮਾਂ ਹੀ ਹੈ ਨਹੀਂ ਤਾਂ ਪੁੱਤ ਕਿੱਥੋਂ ਹੋਣਾ? ਮਾਂ ਦਇਆ ਵਾ। ਦਇਆ ਕਾ, ਸਾਰੇ ਪੜੋ, ਦਇਆ ਕਾ ਪੂਤ। ਅੱਗੇ ਕੀ ਭਲਾ? ਸੰਤੋਖ ਥਾਪ। ਸੰਤੋਖ, ਹੁਣ ਵੇਖੋ ਮਾੜਾ ਵਾ, ਕਿਸੇ ਬੰਦੇ ਨੂੰ ਇਹਦਾ ਮਾੜਾ ਦੇ ਨਾ ਤੁਸੀਂ 100 ਮਣਕੇ ਕੱਢ ਕੇ ਤੇ ਇੱਕ ਕੌਲੀ ਕਟੋਰੀ 'ਚ ਰੱਖ ਲਓ, ਅਤੇ ਕਿਸੇ ਬੰਦੇ ਨੂੰ ਕਹੋ ਵੀ ਇੱਦਾਂ ਤੂੰ ਆਪਣੀ ਮੁੱਠੀ 'ਚ ਸਾਰੇ ਮਣਕੇ ਚੁੱਕਣੇ ਆ, ਵਧੋ ਵਧੀ ਇੱਕ ਅੱਧਾ ਮਣਕਾ ਉਹਦੀ ਮੁੱਠੀ 'ਚੋਂ ਡਿੱਗ ਪੈਣਾ। ਤਵੱਜੋ ਦੇ ਕੇ ਸੁਣਿਓ। ਪਰ ਜੇ ਉਹਨਾਂ ਮਣਕਿਆਂ ਦੇ ਵਿੱਚੋਂ ਦੀ ਧਾਗਾ ਲਗਾ ਦਈਏ ਤੇ ਕਿਉਂ ਸਾਧ ਸੰਗਤ ਜੀ? ਫੇਰ ਭਾਵੇਂ ਮਣਕੇ 500 ਹੋਣ, ਇੱਦਾਂ ਬੰਦੇ ਨੇ ਇੱਦਾਂ ਆਪਣੇ ਹੱਥ ਚੜਾ ਕੇ ਇੱਦਾਂ ਤੁਰੇ ਫਿਰਨਾ। ਉਹ ਸਾਰਿਆਂ ਮਣਕਿਆਂ ਨੂੰ ਇੱਕ ਥਾਂ 'ਤੇ ਕਿਹਨੇ ਇਕੱਠੇ ਕੀਤਾ ਭਲਾ? ਸਾਧ ਸੰਗਤ ਜੀ ਤੁਸੀਂ ਬੋਲੋਗੇ ਤਾਂ ਗੱਲ ਛੇਤੀ ਸਮਝ ਆਉਣੀ ਹੈ। ਕਥਾ ਮੈਂ ਇਕੱਲੇ ਨਹੀਂ ਕਰਨੀ, ਨਾਲ ਨਾਲ ਤੁਹਾਨੂੰ ਵਿਚਾਰ ਵਿੱਚ ਸ਼ਾਮਲ ਹੋਣਾ ਪੈਣਾ ਹੈ। ਮੰਨ ਲਓ 500 ਮਣਕੇ ਨੂੰ ਇਕੱਠੇ ਕਰਕੇ ਬੰਦਾ ਇੱਦਾਂ ਲੈ ਕੇ ਤੁਰਿਆ ਫਿਰਦਾ। ਨਿੱਕਾ ਜਿਹਾ ਜਵਾਕ ਵੀ ਇੱਦਾਂ, ਨਿੱਕੇ ਜਿਹੇ ਜਵਾਕ ਨੂੰ ਵੀ ਤੁਸੀਂ ਕਹੋਗੇ ਨਾ ਵੀ ਆਹ 500 ਮਣਕਾ ਉੱਥੇ ਲੈ ਕੇ ਜਾਣਾ, ਉਹ ਕਿੱਦਾਂ ਲੈ ਕੇ ਜਾ ਰਿਹਾ ਭਲਾ? ਕਾਹਦੇ ਇਕੱਠੇ ਕੀਤੇ ਹੈ? ਉਹਦੇ ਵਿੱਚ ਧਾਗਾ ਹੈ। ਧਾਗੇ ਨੇ ਸਾਰਿਆਂ ਮਣਕਿਆਂ ਨੂੰ ਪਰੋਇਆ ਹੋਇਆ ਹੈ।
ਇੱਥੇ ਧਾਗਾ ਕੀ ਆ? ਸੰਤੋਖ। ਜੇ ਕਿਸੇ ਪਰਿਵਾਰ ਦਾ 100 ਜੀ ਵੀ ਇੱਕ ਮਕਾਨ ਦੀ ਛੱਤ ਥੱਲੇ ਬੈਠਾ ਨਾ, ਤੇ ਉਹਨਾਂ ਵਿੱਚ ਸੰਤੋਖ ਦਾ ਧਾਗਾ ਵਾ। ਧਾਗਾ ਖਿੱਚ ਦਿਓ, ਬੋਲੋ ਸਾਰੇ ਜੀ, ਤੇ ਮਣ ਕੇ ਬੋਲੋ ਸਾਧ ਸੰਗਤ ਜੀ। ਤੁਸੀਂ ਵਿੱਚ ਸ਼ਾਮਲ ਹੋ ਗਏ ਤੇ ਗੱਲ ਛੇਤੀ ਸਮਝ ਆਉਣੀ ਹੈ। ਤੁਸੀਂ ਪਤੀ ਪਤਨੀ 'ਚ ਵੇਖ ਲਓ, ਕਈਆਂ ਘਰਾਂ 'ਚ ਦੋ ਤਿੰਨ ਪਰਿਵਾਰ ਦੇ ਜੀ ਹੁੰਦੇ ਨੇ, ਤੇ ਸਿੰਘ ਉਹਨਾਂ ਦੇ, ਬੋਲੋ ਜੀ, ਇਹ ਤਾਂ ਛੇਤੀ ਸਮਝ ਆ ਜਾਣੀ, ਇਹ ਤਾਂ ਸ਼ਬਦ ਨਹੀਂ ਹੈਗਾ। ਸਿੰਘ ਉਹਨਾਂ ਦੇ। ਮੈਂ ਕਹਿੰਦਾ ਕਿਸੇ ਵੱਡੇ ਵੱਲ ਵੇਖ ਕੇ ਇਹ ਸਿੱਖ ਵੀ ਇਹ ਕਿੱਦਾਂ ਰਹਿ ਰਹੇ ਆ, ਇਹ 50 60 84 ਜੀ ਕਿੱਦਾਂ ਰਹਿ ਰਹੇ ਯਾਰ, ਇਹਨਾਂ ਵਿੱਚ ਕੋਈ ਲਾਲਚ ਨਹੀਂ ਹੈਗਾ, ਇਹ ਲੜਦੇ ਕਿਉਂ ਨਹੀਂ ਆ? ਅਜੇ ਦਾਦੇ ਹੋਣੇ ਵੀ ਭਰਾ ਬੈਠੇ ਆ, ਚਾਚੇ ਹੋਣੇ ਵੀ 3-4 ਬੈਠੇ ਆ, ਅੱਗੇ ਉਹਨਾਂ ਦੀਆਂ ਮਾਵਾਂ ਜਿਹੜੀਆਂ ਉਹਨਾਂ ਦੀਆਂ ਘਰ ਵਾਲੀਆਂ ਉਹ ਬੈਠੀਆਂ ਵਾ, ਫਿਰ ਅੱਗੇ ਨੂੰਹਾਂ ਆ ਗਈਆਂ, ਫਿਰ ਨੂੰਹਾਂ ਨੂੰ ਪੁੱਛਿਆ ਉਹਨਾਂ ਨੇ। ਕਈਆਂ ਘਰਾਂ 'ਚ ਅਜੇ ਆਪਣੇ ਪੰਜਾਬੀਆਂ 'ਚ ਇੱਦਾਂ ਦੇ ਹੈਗੇ ਆ, ਜਾਇਦਾਦ ਨਹੀਂ ਵੰਡੀ ਤਾਇਆਂ ਚਾਚਿਆਂ ਘਰ, ਦਾਦਿਆਂ ਤੱਕ ਨਹੀਂ ਵੰਡੀ ਉਹਨਾਂ ਨੇ। ਤੇ ਸਾਡੇ ਕਈ ਅਸੀਂ ਅਮੀਰ ਹੋ ਗਏ ਆ, ਨੱਕ ਤੇ ਮੱਖੀ ਨਹੀਂ ਅਸੀਂ ਬਹਿਣ ਦਿੰਦੇ। ਅਮੀਰੀ ਪੈਸੇ ਡਾਲਰਾਂ ਆ ਪਾਉਂਡਾਂ ਚਾਂਦੀਆਂ ਨਾਲ ਅਮੀਰੀ ਥੋੜ੍ਹਾ ਹੁੰਦੀ ਹੈ, ਤੇ ਬੜਿਆਂ ਲੋਕਾਂ ਕੋਲ ਹੈਗਾ। ਬਹੁਤ ਲੋਕ ਨੇ ਜਿਨ੍ਹਾਂ ਕੋਲ ਬਹੁਤ ਪੈਸਾ ਹੈ। ਅਮੀਰੀ ਹੈ ਤੁਹਾਡਾ ਕਿਰਦਾਰ, ਤੁਹਾਡਾ ਕਰੈਕਟਰ ਅਮੀਰੀ ਹੈ। ਤੁਸੀਂ ਦੁਨੀਆ ਤੋਂ ਚਲੇ ਜਾਓ, ਤੁਸੀਂ ਐਗਜ਼ਾਮਪਲ ਸੈੱਟ ਕਰ ਜਾਓ, ਲੋਕ ਤੁਹਾਡੀਆਂ ਮਰਨ ਤੋਂ ਬਾਅਦ ਵੀ ਉਦਾਹਰਨਾਂ ਦੇਣ। ਇੱਕ ਪਰਿਵਾਰ ਦੀ, ਇੱਕ ਬੰਦੇ ਦੀ ਜਿਉਂਦੇ ਕੋਈ ਐਗਜ਼ਾਮਪਲ ਨਹੀਂ ਦੇ ਰਿਹਾ, ਇੱਕ ਬੰਦੇ ਦੇ ਦੁਨੀਆ ਤੋਂ 50 60 100 ਸਾਲ ਜਾਣ ਤੋਂ ਬਾਅਦ ਵੀ ਲੋਕ ਕਹਿੰਦੇ ਇੱਦਾਂ ਦਾ ਹੁਣ ਸਾਡਾ ਪੁੱਤ 50 ਸਾਲ ਜੀ ਕੇ ਵੀ ਉਹਦੀ ਕੋਈ ਉਦਾਹਰਨ ਨਹੀਂ ਦਿੰਦਾ, ਤੇ ਬਾਬਾ ਫਤਿਹ ਸਿੰਘ ਦੀ 7 ਸਾਲ ਦੀ ਵੀ ਕੋਈ ਉਦਾਹਰਨ ਦੇ ਰਿਹਾ। ਦਾ ਮਤਲਬ ਕੁਆਲਿਟੀ ਤੇ ਹੈਗੀ ਹੈ ਨਾ ਕੋਈ। ਕਿਉਂ ਸਾਧ ਸੰਗਤ ਜੀ? ਕੋਈ ਕੁਆਲਿਟੀ ਤੇ ਹੈਗੀ ਹੈ ਨਾ। ਜਦੋਂ ਆਪਾਂ ਕਹਿੰਦੇ ਧੰਨ ਨਾਨਕ ਤੇਰੀ ਕਿਹੜੀ ਕਮਾਈ ਸੀ, ਜੇ ਆਪਾਂ ਅੱਗੇ ਕਮਾਈ ਦੀ ਗੱਲ ਹੀ ਕਰ ਲਈਏ, ਵੀ ਜਦੋਂ ਭਾਈ ਸਿੱਧ ਕਹਿੰਦੇ ਆ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹ ਕਿਹੜੀ ਕਮਾਈ ਸੀ? ਕਦੀ ਸੋਚ ਕੇ ਵੇਖੋ ਇੱਦਾਂ ਬੈਠ ਕੇ, ਉਹ ਕਿਹੜੀ ਕਮਾਈ ਸੀ, ਉਹ ਕਿਹੜੀ ਗੱਲ ਸੀ ਜਿਹੜੀ ਜਿੱਦਣ ਬਾਣੀ ਦੀ ਸਾਨੂੰ ਸਮਝ ਆ ਗਈ ਵੀ ਮੈਂ ਤੇ ਆਪਣੇ ਆਪ ਨੂੰ ਵਾਚਣਾ, ਮੈਂ ਤੇ ਆਪਣੇ ਆਪ ਨੂੰ, ਜਿਵੇਂ ਸੀਸਾ ਨਹੀਂ ਹੁੰਦਾ ਆਪਣੇ ਘਰ 'ਚ ਲੱਗਾ, ਆਪਾਂ ਆਪਣੇ ਘਰ 'ਚ ਸੀਸਾ ਕਾਹਦੇ ਲਈ ਲਾਉਂਦੇ ਆ? ਦਰਪਣ, ਕਿ ਮੈਂ ਆਪਣਾ ਫੇਸ ਵੇਖ ਸਕਾਂ, ਮੇਰੇ ਕੱਪੜੇ ਕਿੱਦਾਂ ਦੇ। ਵੇਖਿਆ ਕਈਆਂ ਨੇ ਸੀਸੇ ਆਪਣੇ ਘਰ ਦੇ ਬਾਹਰ, ਬਿਲਕੁਲ ਬਾਹਰਲੀ ਡੋਰ ਦੇ ਲਾਗੇ ਇਹ ਪੂਰਾ ਸੀਸਾ ਲਾਇਆ ਹੁੰਦਾ, ਵੀ ਜਦੋਂ ਮੈਂ ਤੁਰ ਲੱਗਾ ਵੀ ਵੇਖਾਂ ਮੇਰੀ ਜੁੱਤੀ ਮੈਚ ਕਰਦੀ ਪੂਰੀ, ਵੀ ਠੀਕ ਠਾਕ ਆ। ਕਈ ਵਾਰੀ ਸਾਰੇ ਟੱਬਰ ਦੇ ਜੀਆਂ ਨੂੰ ਪੁੱਛ ਵੀ ਲੈਂਦਾ ਬੰਦਾ ਵੀ ਠੀਕ ਲੱਗਦਾ, ਪਰ ਜਦੋਂ ਤੱਕ ਸੀਸੇ 'ਚ ਨਹੀਂ ਨਾ ਵੇਂਦਾ ਉਦੋਂ ਤੱਕ ਉਹਨੂੰ ਯਕੀਨ ਨਹੀਂ ਆਉਂਦਾ। ਉਹਦਾ ਹੋਦਾ ਘਰ ਦੇ ਝੂਠ ਬੋਲਦੇ ਹੋਣ ਵੀ ਤੂੰ ਠੀਕ ਆ, ਸੀਸੇ ਨੇ ਥੋੜ੍ਹਾ ਝੂਠ ਬੋਲਣਾ। ਤੇ ਪ੍ਰੋਫੈਸਰ ਸਾਹਿਬ ਨੇ ਜਦੋਂ ਬਾਣੀ ਦੇ ਅਰਥ ਕੀਤੇ ਨਾ, ਉਹਨਾਂ ਪੋਥੀਆਂ ਦਾ ਨਾਮ ਹੀ ਦਰਪਣ ਰੱਖਿਆ। ਬੰਦਿਆ, ਇਸ ਦਰਪਣ ਨੇ ਤੈਨੂੰ ਤੇਰਾ ਮਨ ਵਿਖਾਉਣਾ, ਤੇਰਾ ਮਨ ਕਿੱਦਾਂ ਦਾ। ਸੰਤੋਖ ਥਾਪ ਰੱਖਿਆ ਜਿਨ ਸੂਤ। ਜਿਹੜਾ ਸੰਤੋਖ ਹੈ ਨਾ, ਸਬਰ। ਜਦੋਂ ਵੀ ਕਿਤੇ ਲੜਾਈ ਹੋਏਗੀ ਨਾ, ਸਬਰ ਗਵਾਚਾ ਤੇ ਲੜਾਈ ਹੁੰਦੀ ਹੈ। ਸਬਰ ਵਾਲਾ ਬੰਦਾ ਕਦੀ ਲੜਦਾ ਹੀ ਨਹੀਂ, ਸਵਾਲ ਹੀ ਨਹੀਂ ਪੈਦਾ ਹੁੰਦਾ। ਸਬਰ ਵਾਲੇ ਬੰਦੇ ਕੋਲ ਲੜਾਈ ਕਿੱਦਾਂ ਹੋ ਜੂ? ਸਬਰ ਗਵਾਚੂ ਤੇ ਲੜਾਈ ਹੋਊਗੀ। ਅੱਜ ਮਾਰਿਓ ਜਿਨ੍ਹਾਂ ਦੇ ਵੀ ਅੱਜ ਕਿਤੇ ਨਾ ਕਿਤੇ ਸਾਡੇ ਕੋਲੋਂ ਕੋਈ, ਸਾਡਾ ਕੋਈ ਪਰਿਵਾਰ ਦਾ ਜੀ ਸਾਡੇ ਤੋਂ ਦੂਰ ਹੋਇਆ ਨਾ ਕਿਤੇ ਘਾਟ ਹੈ ਸਬਰ ਦੀ, ਜਿਹਨੂੰ ਆਪਾਂ ਸਹਿਜ ਕਹਿੰਦੇ ਸੀ, ਸਬਰ ਕਹਿੰਦੇ ਸੀ। ਸਬਰ ਬੜੀ ਵੱਡੀ, ਸੰਤੋਖ ਬੜੀ ਵੱਡੀ ਜਾਇਦਾਦ ਆ ਬੰਦੇ ਦੀ। ਸਬਰ ਅੰਦਰ ਸਾਵਰੀ ਤਨ ਇਵੇਂ ਜਲੇਣ, ਹੋਣ ਨਜੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਤਨ ਇਵੇਂ, ਸਬਰ ਵਾਲਾ ਬੰਦਾ ਆਪਣੇ ਤਨ ਨੂੰ ਕਿੱਦਾਂ ਸਾੜਦਾ ਭਲਾ? ਕਿਉਂਕਿ ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਚ ਤੇ ਆਇਆ। ਅਹੁਦਾ ਬੜਾ ਉੱਚਾ ਸੀ, ਪਰ ਉਹਨੇ ਮੰਦੀ ਪੈਰ ਨਾ ਰੱਖਿਓ। ਉਹਦੇ ਤੇ ਉਹਨੇ ਕੋਈ ਕੈਮਰਾ ਥੋੜ੍ਹਾ ਉਹਦੇ ਪਿੱਛੇ ਲੱਗਾ ਸੀ ਵੀ ਇੱਥੇ ਕੈਮਰੇ ਦੀ ਰਿਕਾਰਡਿੰਗ ਹੋਣ ਡਈ ਆ, ਵੀ ਇਸ ਕਰਕੇ ਮੈਂ ਰਿਸ਼ਵਤ ਨਹੀਂ ਲੈਣੀ। ਉਹਨੇ ਮੰਦੇ ਬੰਨੇ ਪੈਰ ਰੱਖੇ ਨਹੀਂ, ਕਹਿੰਦਾ ਲੋਨ ਚੱਕ ਲਾਂਗਾ, ਕਰਜ਼ਾ ਲੈ ਲਾਂਗਾ ਕਿਸੇ ਕੋਲੋਂ, ਉੱਦਾਂ ਕਿਸੇ ਕੋਲ ਲੈ ਲੂੰ, ਪਰ ਮੰਦੇ ਪੈਰ ਨਾ ਰੱਖੇ। ਕਰ ਸੁਕ੍ਰਿਤ ਧਰਮ ਕਮਾਇਆ। ਧਰਮ ਕਮਾਉਣ ਦਾ ਵਿਸ਼ਾ ਵਾ। ਅੱਛਾ ਵੇਖੋ ਗਜ਼ਬ ਦੀ ਗੱਲ, ਕਮਾਏ ਪਾਪ ਵੀ ਜਾਂਦੇ ਆ ਤੇ ਕਮਾਇਆ ਧਰਮ ਵੀ ਜਮਾਂਦਾ। ਦੋਵਾਂ ਦਾ ਸੰਬੰਧ ਕਮਾਈ ਨਾਲ। ਅੱਛਾ ਬੰਦਾ ਧਰਮ ਕਮਾਉਂਦਾ ਨਹੀਂ, ਪਰ ਧਰਮੀਆਂ ਖਵਾਉਣਾ ਚਾਹੁੰਦਾ। ਪਾਪ ਕਮਾਉਂਦਾ ਬਹੁਤਾ, ਪਰ ਪਾਪੀ, ਬੋਲੋ ਸਾਧ ਸੰਗਤ ਜੀ। ਅੱਛਾ ਧਰਮ ਕਮਾਉਂਦਾ ਨਹੀਂ ਆ, ਪਰ ਲੋਕਾਂ ਤੋਂ ਪਤਾ ਕਿਉਂ ਉਮੀਦ ਲਾਉਂਦਾ? ਮੈਂ ਤੁਰਿਆ ਜਾਂਦਾ, ਲੋਕ ਕਹਿਣੇ ਦੇ ਨਾਲ ਦਾ ਧਰਮੀ ਕੋਈ ਨਹੀਂ ਹੈਗਾ, ਕਮਾਉਂਦਾ ਨਹੀਂ ਹੈਗਾ।
ਪਰ ਪਾਪ ਕਮਾਉਂਦਾ ਬਹੁਤ ਵਾ। ਤੇ ਜੇ ਇਹਨੂੰ ਕੋਈ ਪਾਪੀ ਕਹਿੰਦਾ ਤੇ ਇਹ ਗੱਲ ਦਾ ਬੁਰਾ ਮਨਾਉਂਦਾ, ਤੇ ਫਿਰ ਪਾਪੀ ਬੰਦੇ ਨੂੰ ਬਾਣੀ ਕਿੱਦਾਂ ਚੰਗੀ ਲੱਗੂ ਜੀ? ਮੈਂ ਕਹਿ ਰਿਹਾ ਨਹੀਂ, ਇਹ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਪਾਪੀ ਭਗਤ ਨਾ ਪਾਵਈ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ। ਅੱਛਾ, ਚੰਦਨ ਪਿਆ, ਮੱਖੀ ਨੂੰ ਨਹੀਂ ਚੰਗਾ ਲੱਗਦਾ। ਕਿੱਥੇ ਜਾਂਦੀ ਉਹ? ਜਹਾਂ ਬੇਗੰਧ ਬੋਲੋਗੇ ਤਹ ਜਾਏ। ਜਿੱਥੇ ਗੰਦਗੀ ਉੱਥੇ ਮੱਖੀ ਬਹਿੰਦੀ ਹੈ, ਚੰਦਨ ਤੇ ਆਣ ਕੇ ਮੱਖੀ ਬਹਿੰਦੀ ਨਹੀਂ। ਕਬੀਰ ਪਾਪੀ ਭਗਤ ਨਾ ਭਾਵੇ, ਹਰ ਪੂਜਾ ਨਾ ਸਹਾਏ। ਉਹਨੂੰ ਸੁੱਖ ਦੇਣ ਵਾਲੀ ਲੱਗਦੀ ਨਹੀਂ, ਕਰੇ ਕੀ ਵਿਚਾਰਾ? ਹੁਣ ਅੰਦਰ ਵਿਚਾਰ ਹੋਰ ਵਾ, ਬਾਹਰ ਵਿਚਾਰ ਕੁਝ ਹੋਰ ਚੱਲਦੇ। ਟਕਰਾਅ ਇੱਥੇ ਆਣ ਕੇ ਪੈ ਗਿਆ, ਇੱਥੇ ਪਤਾ ਲੱਗ ਗਿਆ। ਜਿਨ ਕੇ ਚਿੱਤ ਕਠੋਰ ਹੈ, ਗੁਰੂ ਰਾਮਦਾਸ ਮਹਾਰਾਜ, ਸੇ ਬਹਿ ਨਾ ਸਤਿਗੁਰ ਪਾਸ। ਮਹਾਰਾਜ ਕਿਉਂ ਇੱਦਾਂ ਸਵਾਲ ਜਵਾਬ ਕਰਕੇ ਬਾਣੀ ਪੜ੍ਹੋਗੇ, ਆਨੰਦ ਆਏਗਾ। ਇਕੱਲਾ ਬਹਿ ਕੇ ਵੀ ਆਨੰਦ ਲੈ ਸਕਦਾ ਬਾਣੀ ਦਾ। ਜਿਨ ਕੇ ਚਿੱਤ ਕਠੋਰ ਹੈ, ਸਾਰੇ ਪੜ੍ਹੋ ਨਾਲ, ਸੇ ਬਹਿ ਨਾ ਸਤਿਗੁਰ ਪਾਸ। ਹੁਣ ਪਿਓ ਸੱਚੀਆਂ ਗੱਲਾਂ ਕਰਦਾ ਹੋਵੇ ਤਾਂ ਪੁੱਤ ਵੀ ਸੱਚਾ ਹੋਵੇ। ਕਿਉਂ ਸਾਧ ਸੰਗਤ ਜੀ? 1 ਘੰਟਾ ਇੱਕ ਮੰਜੇ ਤੇ, ਇੱਕ ਬੈੱਡ ਤੇ, ਸੋਫੇ ਤੇ ਇਕੱਠੇ ਬਹਿ ਗੱਲਾਂ ਕਰ ਸਕਦੇ ਆ ਕਿ ਨਹੀਂ? ਬੋਲ ਕੇ ਦੱਸਿਓ। ਤੇ ਪਿਓ ਸੱਚਾ ਹੋਵੇ ਤੇ ਪੁੱਤ ਦੇ ਵਿਚਾਰ ਪਿਓ ਨਾਲ ਮਿਲਦੇ ਨਾ। ਹੁਣ ਕਿੰਨੇ ਕੁ ਮਿੰਟ ਇਕੱਠੇ ਬਹਿ ਸਕਦੇ ਜੀ ਭਲਾ? ਉਧਰੋਂ ਆਵਾਜ਼ ਆਈ 5 ਮਿੰਟ, ਕਹਿੰਦੇ ਉਹ ਵੀ ਬੰਨ ਤੰਨ ਕੇ ਬਿਠਾਉਣੇ ਪੈਣੇ ਆ। ਹਾਂਜੀ, ਹੁਣ ਟਕਰਾਅ ਵਿਚਾਰਦਾ ਹੀ ਆ ਨਾ, ਟਕਰਾਅ ਤੇ ਵਿਚਾਰਦਾ ਹੀ ਆ। ਹੁਣ ਪਾਤਸ਼ਾਹ ਜੀ ਇੱਥੇ ਕਹਿੰਦੇ ਜਿਨ੍ਹਾਂ ਦੇ ਚਿੱਤ ਕਠੋਰ ਵਾ ਉਹਨਾਂ ਨੂੰ ਗੁਰੂ ਕਿਉਂ ਨਹੀਂ ਚੰਗਾ ਲੱਗਦਾ? ਆ ਦੇਹਧਾਰੀ ਬਾਬਿਆਂ ਮਗਰ ਕਿੱਦਾਂ ਹੇੜਾਂ ਦੀਆਂ ਹੇੜਾਂ ਤੁਰੀਆਂ ਫਿਰਦੀਆਂ, ਕਿਉਂਕਿ ਉਹ ਜਿੱਦਾਂ ਦਾ ਬੰਦਾ ਉੱਦਾਂ ਦੀ ਥਾਪੀ ਦੇ ਛੱਡਦੇ ਆ। ਇੱਥੇ ਸੌਦਾ ਨਹੀਂ ਨਾ ਬਦਲਣਾ ਮਹਾਰਾਜ ਨੇ। ਇਹ ਕਹਿੰਦਾ ਸੌਦਾ ਇਹੋ ਰੱਖਣਾ, ਤੈਨੂੰ ਬਦਲਣਾ ਪੈਣਾ। ਉਹ ਸਮੱਸਿਆ ਆ, ਉਹ ਵੀ ਬੰਦਾ ਵੇਖ ਕੇ ਸਮਾਨ ਬਦਲ ਲੈਂਦੇ ਆ। ਉਹ ਆਂਦੇ ਜੇ ਤੇਰੀ ਬੇਈਮਾਨੀ ਦੀ ਕਮਾਈ ਤਗੜਾ ਹੋ ਕੇ ਕਰੀ ਜਾ, ਨਾਲੇ ਆਪ ਖਾ ਤੇ ਨਾਲੇ ਉੱਚੀ ਬੋਲੋ ਜੀ। ਉਹ ਸਾਨੂੰ ਮਾੜਾ, ਤੂੰ 2 ਨੰਬਰ ਦੀ ਕਮਾਈ ਕਰਕੇ ਜੇ $2 ਲੱਖ ਦੀ ਗੱਡੀ ਮੈਨੂੰ ਚੜਾਉਣੀ ਆ, ਮੇਰੇ ਨਾਲੋਂ $20 ਲੱਖ ਦੀ ਤੂੰ 2-4 ਮਿਲੀਅਨ ਦਾ ਕਬਲਾ ਕਰ ਬਈ। ਮੈਨੂੰ $3 ਲੱਖ ਦੀ ਗੱਡੀ ਵੜਦੀ ਹੈ। ਉਹ ਤਾਂ ਗੁਰੂ ਨਾਨਕ ਸਾਹਿਬ ਜੀ ਜਿਹਨੂੰ ਭਾਈ ਲਾਲੋ ਪਸੰਦ ਸੀ। ਮਲਕ ਭਾਗੋ ਦੇ ਮਾਲ ਪੂੜੇ ਚੰਗੇ ਪਦਾਰਥ ਉਹਨੂੰ ਚੰਗੇ ਨਹੀਂ ਪਸੰਦ ਸੀ ਮਹਾਰਾਜ ਨੂੰ। ਇਸੇ ਕਰਕੇ ਦੁਨੀਆ ਉਸ ਬਣੇ, ਪਰ ਸਮਾਂ ਆਪਣੀ ਰਫਤਾਰ ਤੁਰਿਆ ਜਾਂਦਾ। ਜਿਨ ਕੇ ਚਿੱਤ ਕਠੋਰ ਹੈ, ਸਾਰੇ ਪੜੋ ਨਾਲ, ਸੇ ਬਹਿ ਨਾ ਸਤਿਗੁਰ। ਮਹਾਰਾਜ ਕਿਉਂ ਦੱਸਿਓ ਭਲਾ? ਕਹਿੰਦੇ ਉੱਥੇ ਸੱਚ ਵਰਤਦਾ। ਉੱਥੇ ਸੱਚ ਦਾ ਹੀ ਵਰਤਾਰਾ ਹੋਣਾ ਨਾ, ਇੱਦਾਂ ਸੱਚ ਹੀ ਵਰਤਾਇਆ ਜਾਣਾ। ਇੱਦਾਂ ਸੱਚ ਦੇ ਗੱਫੇ ਵਰਤਾਏ ਜਾਣੇ ਆ। ਤੇ ਝੋਲੀ ਉਹੀ ਅੱਡੂ ਜਿਹਦੇ ਕੋਲ ਸੱਚ ਪਾਉਣ ਲਈ ਭਾਂਡਾ ਹੋਊ। ਉੱਥੇ ਸੱਚ ਵਰਤਦਾ। ਅੱਛਾ, ਉੱਥੇ ਚਿੱਤ ਕਿਹਦਾ ਉਦਾਸ ਹੋਣਾ ਭਲਾ? ਤੁਸੀਂ ਨਾਲ ਬੋਲੋਗੇ ਫਿਰ ਛੇਤੀ ਸਮਝ ਆਉਣੀ ਆ। ਕੂੜਿਆਰਾਂ ਚਿੱਤ ਉਦਾਸ। ਜਿਹੜਾ ਝੂਠਾ ਬੰਦਾ ਉਹਦਾ ਉਦਾਸ ਜਿਹਾ ਹੋ ਜਾਣਾ ਚਿਹਰਾ। ਜਿਵੇਂ ਮੰਨ ਲਓ ਮੈਂ ਪਹਿਲਾਂ ਗੱਲ ਕਹੀ ਵੀ ਪਿਓ ਸੱਚਾ ਵਾ ਤੇ ਪਿਓ ਸੱਚੀਆਂ ਗੱਲਾਂ ਕਰਦਾ, ਤੇ ਇੱਕ ਬੱਚਾ ਜਾਂ ਬੇਟਾ ਜਿਹੜਾ ਸੱਚਾ ਹੋਇਆ, ਉਹਨੂੰ ਡੈਡੀ ਦੀਆਂ, ਦਾਦੇ ਦੀਆਂ, ਦਾਦੀ ਦੀਆਂ, ਮਾਂ ਦੀਆਂ ਗੱਲਾਂ ਚੰਗੀਆਂ। ਮੈਂ ਜ਼ਰੂਰੀ ਨਹੀਂ ਕਹਿੰਦਾ ਪਿਓ ਸੱਚੀਆਂ ਗੱਲਾਂ ਕਰ, ਕਈਆਂ ਘਰਾਂ 'ਚ ਪੁੱਤ ਧੀ ਵੀ ਸਿਆਣੀ ਗੱਲ ਕਰਦਾ। ਜੇ ਮਾਂ ਬਾਪ 'ਚ ਨੁਕਸ ਹੋਵੇ, ਉਹਨਾਂ ਕੋਲੋਂ ਵੀ ਆਪਣੇ ਨਿਆਣਿਆਂ ਦੀਆਂ ਸੱਚੀਆਂ ਗੱਲਾਂ ਸੁਣੀਆਂ। ਕਈਆਂ ਘਰਾਂ 'ਚ ਨੂੰਹ ਸਿਆਣੀ ਗੱਲ ਕਰਦੀ ਆ, ਸੱਸ ਨਹੀਂ ਸੁਣ ਸਕਦੀ। ਕਈਆਂ ਘਰਾਂ ਸੱਸ ਸਿਆਣੀ ਗੱਲ ਕਰਦੀ ਆ, ਨੂੰਹ ਨਹੀਂ ਸਿਆਣੀ ਗੱਲ ਸੁਣ ਸਕਦੀ। ਕਈਆਂ ਘਰਾਂ ਸਹੁਰਾ ਬੜੀ ਸਿਆਣੀ ਗੱਲ ਕਰਦਾ, ਕਿ ਪਰਿਵਾਰ ਨਹੀਂ ਗਏ। ਇਹ ਸਿਆਣਪ ਦਾ ਸੰਬੰਧ ਉਮਰ ਨਾਲ ਤਾਂ ਬਿਲਕੁਲ ਨਹੀਂ ਨਾ ਹੈਗਾ। ਇਹ ਤੁਹਾਡੇ ਤਜਰਬੇ ਨਾਲ ਆ, ਤੁਹਾਡੇ ਲਿਆਕਤ ਨਾਲ। ਕਈਆਂ ਘਰਾਂ 'ਚ ਪੋਤਰੇ ਏਡੇ ਵਧੀਆ ਬਿਜ਼ਨਸ ਚਲਾਏ ਉਹਨਾਂ ਨੇ, ਦਾਦੇ ਦਾਦੀਆਂ ਗਾੜੀ ਪੜਦਾਦੇ ਮਾਣ ਕਰਦੇ ਵੀ ਅਸੀਂ ਮਾਣ ਕਰਦੇ ਸਾਡੇ ਘਰ ਇਹੋ ਜਿਹਾ ਸੋਹਣਾਰ ਬੱਚਾ ਪੈਦਾ ਹੋਇਆ। ਹੁਣ ਗੱਲ ਆ ਗਈ ਇੱਥੇ ਵੀ ਉੱਥੇ ਸੱਚ ਵਰਤਦਾ, ਕੂੜਿਆਰਾਂ ਝੂਠੇ ਦਾ ਚਿੱਤ ਉਦਾਸ। ਉਹਦਾ ਚਿੱਤ ਉਦਾਸ ਹੋ ਗਿਆ। ਹੁਣ ਉਹਦਾ ਚਿੱਤ ਉਹਦਾ ਉਦਾਸ ਹੋਇਆ ਸੁਣ ਕੇ ਸੱਚ, ਤੇ ਸੱਚ ਬਦਲ ਦੇਣਾ ਚਾਹੀਦਾ ਜੀ। ਸੱਚ ਤਾਂ ਸੱਚ ਹੀ ਰਹਿਣਾ। ਜੇ ਸੱਚ ਬਦਲ ਗਿਆ ਫਿਰ ਸੱਚ ਤਾਂ ਸੱਚ ਰਹਿਣਾ ਹੀ ਨਹੀਂ। ਸੱਚ ਤਾਂ ਸੱਚ ਹੀ ਰਹੇਗਾ ਨਾ।
ਝੂਠ ਨੂੰ ਆਪਣੇ ਆਪ ਬਦਲਣਾ ਪੈਣਾ। ਝੂਠ ਦੀ ਵਿਚਾਰ ਬੰਦੇ ਨੂੰ ਆਪਣੀ ਜ਼ਿੰਦਗੀ ਵਿੱਚੋਂ ਬਾਹਰ ਕੱਢਣੀਆਂ ਪੈਣੀਆਂ ਨੇ ਜੇ ਤੂੰ ਸੱਚਾਈ ਦੇ ਰਸਤੇ 'ਤੇ ਤੁਰਨਾ ਚਾਹੁੰਦਾ। ਓਏ ਵਲ ਛਲ ਕਰ ਚੱਤ ਕੱਢਦੇ ਫਿਰ ਜਾਏ ਬਹੈ, ਕੂੜਿਆਰਾਂ ਪਾਸ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਹੁਣ ਗੁਰੂ ਕੋਲ ਤੇ ਉਹੀ ਬਹੇਗਾ ਨਾ ਜਿਹੜਾ ਗੁਰੂ ਦੀ ਗੱਲ ਸੁਣਨਾ ਚਾਹੁੰਦਾ, ਜਿਹੜਾ ਸਿੱਖਣਾ ਚਾਹੁੰਦਾ ਕੁਝ। ਸੁਣ ਮੁੰਦੇ ਹਰਨਾਖੀਏ, ਸੁਣੇਗਾ ਵੀ ਤੇ ਉਹੀ ਨਾ ਜਿਹੜਾ ਗੁਰੂ ਨੂੰ ਕਹਿੰਦਾ ਵੀ ਮਹਾਰਾਜ ਮੈਂ ਬਦਲਣਾ ਚਾਹੁੰਦਾ, ਮੈਂ ਆਪਣੇ ਆਪ ਨੂੰ ਚੇਂਜ ਕਰਨਾ ਚਾਹੁੰਦਾ। ਸੁਣ ਮੁੰਦੇ ਹਰਨਾਖੀਏ ਗੂੜਾ ਵੈਣਾ ਪਾਰ, ਪਹਿਲਾਂ ਵਸਤ ਸਜਾਣ ਕੇ, ਪਹਿਲਾਂ ਵਸਤੂ ਨੂੰ ਪਰਖ ਲਓ ਤਾਂ ਕੀ ਚੈ ਵਪਾਰ, ਫਿਰ ਉਹਦਾ ਵਪਾਰ ਕਰੋ। ਪਹਿਲਾਂ ਉਹਨੂੰ ਪਰਖੋ, ਪਹਿਲਾਂ ਉਹਦੀ ਪਰਖ ਪੜਚੋਲ ਕਰ ਲਓ, ਫਿਰ ਉਹਦੇ 'ਤੇ ਪੈਸੇ ਲਾ ਦਿਓ ਜਿੰਨੇ ਤੁਹਾਡਾ ਮਨ ਕਰ। ਹੁਣ ਤੁਸੀਂ ਵੇਖੋ ਜਦੋਂ ਆਪਾਂ ਕੋਈ ਸਮਾਨ ਖਰੀਦਦੇ ਆ ਨਾ, ਤੁਸੀਂ ਕੋਈ ਚੀਜ਼ ਲੈਣ ਜਾਓ, ਪਹਿਲਾਂ ਤੁਹਾਨੂੰ ਅਗਲਾ ਕਹਿੰਦਾ ਪਹਿਲਾਂ ਤੈਨੂੰ ਵਸਤੂ ਪਸੰਦ ਵਾ। ਆਪਾਂ ਪੁਰਾਣੇ ਸਮੇਂ ਦੀਆਂ ਗੱਲਾਂ ਹੁੰਦੀਆਂ ਸੀ, ਕਿਸੇ ਨੇ ਮੱਝ ਲੈਣ ਜਾਣਾ, ਕਿਸੇ ਨੇ ਬਲਦ ਲੈਣ ਜਾਣਾ, ਉਹ ਅਗਲਾ ਕਹਿੰਦਾ ਸੀ ਪਹਿਲਾਂ ਇਹਨੂੰ ਤੈਨੂੰ ਪਸੰਦ ਆ, ਰੇਟ ਬਾਅਦ 'ਚ ਪੁੱਛੀ ਮੇਰੇ ਕੋਲੋਂ। ਪਹਿਲਾਂ ਜੇ ਤੈਨੂੰ ਪਸੰਦ ਹੀ ਨਹੀਂ ਹੈਗਾ, ਰੇਟ ਪੁੱਛ ਕੇ ਕੀ ਕਰਨਾ ਤੂੰ ਮੇਰੇ ਕੋਲੋਂ। ਤੁਸੀਂ ਕਹਿੰਦਾ ਘਰ ਵੇਖਣ ਚੱਲੇ ਜੇ ਘਰ ਲੈਣਾ, ਪਹਿਲਾਂ ਤੁਹਾਨੂੰ ਘਰ ਪਸੰਦ ਆਉਂਦਾ, ਫਿਰ ਤੁਸੀਂ ਕਹਿੰਦੇ ਹੋ ਵੀ ਤੁਸੀਂ ਜਾਂਦਿਆਂ ਬਾਹਰ ਪੁੱਛੋ ਜੀ ਰੇਟ, ਉਹ ਕਹਿੰਦਾ ਇਹ ਨਹੀਂ ਗੱਲ, ਪਹਿਲਾਂ ਘਰ ਵੇਖੋ ਪਸੰਦ ਹੈਗਾ ਤੁਹਾਨੂੰ। ਫਿਰ ਜਦੋਂ ਤੁਹਾਨੂੰ ਪਸੰਦ ਆ ਗਿਆ ਮੰਨ ਲਓ, ਫਿਰ 10-5 ਦੇ ਬੰਦਾ ਲੜ ਲੱਗਦਾ ਜੀ ਬੋਲ ਕੇ ਦੱਸਿਓ, ਫਿਰ ਕਹਿੰਦਾ ਜੀ ਛੱਡਣਾ ਨਹੀਂ, ਇਹ ਸੌਦਾ ਬੜਾ ਕਮਾਲ ਦਾ। ਇੱਥੇ ਹੁਣ 10-5 ਵੱਲ ਉਹ ਜਿਵੇਂ ਪੁਰਾਣੇ ਬਜ਼ੁਰਗ ਆਂਦੇ ਹੁੰਦੇ ਸੀ, ਮਹਿੰਗਾ ਰੋਵੇ ਇੱਕ ਵਾਰ ਤੇ ਸਸਤਾ ਰੋਵੇ। ਕੋਈ ਬੰਦਾ ਵਸਤੂ ਸਸਤੀ ਲੈ ਆਵੇ ਨਾ, ਉਹ ਬਾਰ-ਬਾਰ ਰੋਂਦਾ, ਇੱਕ ਤੇ ਪੈਸੇ ਲੱਗੇ, ਇੱਕ ਵਸਤੂ ਮਾੜੀ ਮਿਲੀ, ਉਹ ਬਾਰ-ਬਾਰ ਰੋਊਗਾ, ਉਹਨੂੰ ਵਾਹ ਪੈਣਾ ਉਹਦੇ ਨਾਲ। ਤੇ ਮਹਿੰਗੇ ਨੇ ਇੱਕੇ ਵਾਰੀ ਰੋਣਾ, ਕਿਉਂਕਿ ਵਸਤੂ ਮਹਿੰਗੀ ਆਈ ਪਰ ਆਈ ਸਹੀ ਸੀ, ਸਹੀ ਵਸਤੂ ਨੂੰ ਹੱਥ ਪਾਇਆ ਉਹਨੇ। ਜਦੋਂ ਤੁਸੀਂ ਦੁਨਿਆਵੀ ਤੌਰ 'ਤੇ, ਮੈਂ ਕਹਿੰਦਾ ਜਦੋਂ ਤੁਸੀਂ ਗੁਰਬਾਣੀ ਨੂੰ ਇਸ ਐਂਗਲ ਤੋਂ ਪੜ੍ਹ ਕੇ ਵੇਖੋਗੇ ਨਾ, ਹਰ ਇੱਕ ਚੀਜ਼ ਪੱਖੋਂ ਸਾਨੂੰ ਸਤਿਗੁਰ ਨੇ ਸਿਆਣੇ ਬਣਾਇਆ। ਤੁਸੀਂ ਸਿਆਣੇ ਬਾਪ ਕਿੱਦਾਂ ਬਣਨਾ ਹੈ, ਸਿਆਣੀ ਮਾਂ ਕਿਵੇਂ ਬਣਨਾ, ਸਿਆਣੀ ਧੀ ਕਿਵੇਂ ਬਣਨਾ, ਸਿਆਣਾ ਪ੍ਰਿੰਸੀਪਲ ਕਿਵੇਂ ਬਣਨਾ, ਸਿਆਣਾ ਰਾਜਾ ਕਿਵੇਂ ਬਣਨਾ, ਸਿਆਣੀ ਪ੍ਰਜਾ ਕਿਵੇਂ ਬਣਨਾ ਹੈ। ਆ ਕਈ ਕਹਿਣਗੇ ਜੀ ਗੁਰਦੁਆਰਿਆਂ 'ਚ ਰਾਜਨੀਤੀ ਦੀਆਂ ਗੱਲਾਂ ਨਹੀਂ ਕਰਨੀ ਚਾਹੀਦੀਆਂ। ਉਹ ਭਲਿਓ ਬਾਣੀ ਤਾਂ ਰਾਜੇ ਚੁਲੀ ਨਿਯਮ ਕੀ, ਰਾਜੇ ਸ਼ੀ ਮੁਕੱਦਮ ਕੁੱਤੇ ਜਾਇਜ਼ ਗਾਇਨ ਬੈਠੇ ਸੁੱਤੇ। ਬਾਣੀ ਤੇ ਗੁਰੂ ਸਾਹਿਬ ਨੇ ਕੋਈ ਪੱਖ ਛੱਡਿਆ ਜੀ? ਰਾਜੇ ਨੂੰ ਉਹਦਾ ਕੰਮ ਚੇਤੇ ਕਰਾਇਆ ਗੁਰੂ ਸਾਹਿਬ ਨੇ, ਜੇ ਤੂੰ ਰਾਜਾ ਹੈ ਤੇ ਆਹ ਕੰਮ ਕਰ, ਰਾਜੇ ਚੁਲੀ। ਬੋਲੋ ਸਾਧ ਸੰਗਤ ਜੀ, ਰਾਜੇ ਚੁਲੀ। ਤੂੰ ਰਾਜਾ ਹੈ ਨਾ, ਜਿਵੇਂ ਸਹੁੰ ਚੁੱਕ ਸਮਾਗਮ ਨਹੀਂ ਹੁੰਦਾ, ਜਿਵੇਂ ਜੋ ਕੋਈ ਲੀਡਰ ਬਣਦਾ ਹੈ, ਜਦੋਂ ਮੁੱਖ ਮੰਤਰੀ ਬਣਦਾ ਹੈ, PM ਬਣਦਾ ਹੈ, ਜਦੋਂ ਆਪਣੇ ਅਹੁਦੇ ਨੂੰ ਸੰਭਾਲਦਾ ਹੈ, ਉਹਨੂੰ ਸਹੁੰ ਚੁਕਾਈ ਜਾਂਦੀ ਹੈ ਵੀ ਮੈਂ ਆਪਣੇ ਇਸ ਅਹੁਦੇ ਨੂੰ ਇਮਾਨਦਾਰੀ ਨਾਲ ਨਿਭਾਵਾਂਗਾ, ਵਫਾਦਾਰੀ। ਪੁਰਾਣੇ ਸਮੇਂ ਵਿੱਚ ਜਦੋਂ ਕੋਈ ਬੰਦਾ ਅਹੁਦਾ ਸੰਭਾਲਦਾ ਸੀ, ਉਹਨੂੰ ਪਾਣੀ ਉਹਦੇ ਹੱਥ ਦੇ ਵਿੱਚ ਪਾ ਕੇ ਨਾ, ਉਹਨੂੰ ਪਾਣੀ ਦੀ ਕਸਮ ਖਵਾਈ ਜਾਂਦੀ ਸੀ, ਉਹਨੂੰ ਚੁਲੀ ਭਰਾਈ ਜਾਂਦੀ ਸੀ। ਪਾਤਸ਼ਾਹ ਕਹਿੰਦੇ ਇਹ ਕੰਮ ਕਰਨ ਦੀ ਲੋੜ ਨਹੀਂ, ਰਾਜੇ ਚੁਲੀ ਨਿਆਮ ਕੀ, ਰਾਜੇ ਦੀ ਚੁਲੀ ਨਿਆਂ ਹੈ, ਜੇ ਉਹ ਇਨਸਾਫ ਕਰੇ ਇਹੋ ਹੀ ਉਹਦੇ ਵਾਸਤੇ ਸੱਚੀ ਚੁਲੀ ਆ। ਤੁਹਾਡਾ ਸਹੁੰ ਚੁੱਕ ਸਮਾਗਮ ਆਪਣੇ ਆਪ 'ਚ ਹੀ ਹੋ ਜਾਣਾ ਜਦੋਂ ਤੁਸੀਂ ਕੋਈ ਆਪਣਾ ਵੇਖ ਕੇ ਪੱਖ ਨਹੀਂ ਪੂਰੋਗੇ ਤੇ ਕੋਈ ਦੁਸ਼ਮਣ ਵੇਖ ਕੇ ਉਹ 'ਤੇ 2-4 ਪਰਚੇ ਵੱਧ ਨਹੀਂ ਪਾਓਗੇ। ਆਪਣੇ ਆਪ ਹੀ ਸਹੀ ਹੋ ਜਾਣਾ। ਜਦੋਂ ਤੁਸੀਂ ਸਹੀ ਇਨਸਾਫ ਕਰੋਗੇ ਉਦੋਂ ਆਪਣੇ ਆਪ ਹੀ ਤੁਹਾਡੀ ਇਹ ਚੂੜੀ ਭਰੀ ਜਾਣੀ ਆ। ਕੋਈ ਪੱਖ ਛੱਡਿਆ ਮਹਾਰਾਜ ਨੇ? ਪਰ ਅਸੀਂ ਤਾਂ ਸਿਰਫ ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਅਖੰਡ ਪਾਠ ਕਰਾ ਛੱਡੇ, ਆਪ ਅਸੀਂ ਗੁਰਬਾਣੀ ਕੋਲ ਬੈਠ ਕੇ ਕੋਲ ਪੜ੍ਹੀ ਨਹੀਂ। ਪਾਠ ਕਿਤੇ ਗੁਰਦੁਆਰੇ ਹੋ ਰਿਹਾ, ਕਿਤੇ ਡੇਰੇ 'ਚ ਹੋ ਰਿਹਾ ਹੈ, ਜਾਂ ਘਰ 'ਚ ਕਰਾ ਰਿਹਾ ਹੈ, ਤੇ ਅਸੀਂ ਕੋਲ ਬਹਿ ਕੇ ਬਾਣੀ ਸੁਣਨ ਨੂੰ ਤਿਆਰ ਨਹੀਂ। ਬਾਣੀ ਤਾਂ ਅਸੀਂ ਪੜ੍ਹਨੀ ਸੀ, ਬਿਨ ਖਾਏ ਬੂਝੇ ਨਹੀਂ ਭੂਖ। ਅੱਜ ਸਮੱਸਿਆ ਇੱਥੇ ਆ ਰਹੀ, ਤਾਂ ਵਿਚਾਰ ਨਹੀਂ। ਫਿਰ ਜਦੋਂ ਕੋਈ ਰਾਗੀ ਪ੍ਰਚਾਰ ਗੁਰਬਾਣੀ ਦੀ ਦਲੀਲ ਨਾਲ ਗੱਲ ਕਰਦਾ, ਹੁਣ ਸਰੋਤੇ ਨੇ ਗੁਰਬਾਣੀ ਨਹੀਂ ਪੜ੍ਹੀ, ਉਹਨੂੰ ਇੰਝ ਲੱਗਦਾ ਕੋਲੋਂ ਗੱਲਾਂ ਕਹੀ ਜਾਂਦੇ। ਆਹ ਤੇ ਬੜਾ ਚੰਗਾ ਉਪਰਾਲਾ ਵੀ ਸਕਰੀਨਾਂ ਲੱਗੀਆਂ ਗੁਰਦੁਆਰਿਆਂ 'ਚ, ਵੀ ਜਿਹੜੀ ਤੁਕ ਬੋਲੋ ਉਹਨੂੰ ਕੋ ਭਾਈ ਆ ਸਕਰੀਨ 'ਤੇ ਲਿਖੀ ਹੈ ਤੇ ਇੰਨੀ ਅੰਕ 'ਤੇ ਲਿਖੀ ਹੈ, ਜਿਹਨੂੰ ਸਭ ਤੋਂ ਪਹਿਲਾਂ ਆਣ ਕੇ ਅਸੀਂ ਪਾਤਸ਼ਾਹ ਨੂੰ ਨਮਸਕਾਰ ਕੀਤੀ, ਉਹਦੇ ਵਿੱਚ ਲਿਖੀ ਹੋਈ ਗੱਲ ਆ। ਤੇ ਆਪ ਪੜ੍ਹੋ ਇੱਕ ਵਾਰ, ਆਪ ਵਿਚਾਰੋ ਕਿ ਪਾਤਸ਼ਾਹ ਜੀ ਨੇ ਸਾਨੂੰ ਕਿੱਡਾ ਸੁਚੱਜਾ ਗਿਆਨ ਬਖਸ਼ਿਸ਼ ਕੀਤਾ। ਪਹਿਲਾਂ ਵਸਤ ਸਿਝਾਣ ਕੇ ਤਾਂ ਕੀਚੈ ਵਪਾਰ, ਦੋਹੀ ਦਿੱਚੈ ਦੁਰਜਣਾ। ਦੋਹੀ ਦਾ ਅਰਥ ਹੁੰਦਾ ਕੀ ਹੈ? ਦੁਹਾਈ ਦੇਣੀ। ਦੋਹੀ ਦਿੱਚੈ ਦੁਰਜਣਾ, ਦੁਰਜਣਾ ਕਹਿੰਦੇ ਦੁਸ਼ਮਣ ਨੂੰ। ਉਹ ਦੁਹਾਈ ਦਿਓ, ਉਹ ਉਸਤਤ ਕਰੋ ਜਿਹਦੇ ਨਾਲ ਤੁਹਾਡੇ ਵਿੱਚੋਂ ਦੁਸ਼ਮਣ ਬਾਹਰ ਚਲੇ ਜਾਣ। ਦੋਹੀ ਦਿੱਚੈ ਦੁਰਜਣਾ ਤੇ ਮਿੱਤਰਾਂ ਕੂ ਜੈਕਾਰ।
ਤੇ ਜਿਹਦੇ ਕਰਕੇ ਤੁਹਾਡੀ ਜ਼ਿੰਦਗੀ 'ਚ ਮਿੱਤਰਾਂ ਦੀ ਗਿਣਤੀ ਵੱਧ ਜਾਏ। ਦੁਸ਼ਮਣ ਤੁਹਾਡੀ ਜ਼ਿੰਦਗੀ 'ਚੋਂ ਬਾਹਰ। ਹੁਣ ਦੁਸ਼ਮਣ ਕਿਹੜੇ ਕਿਹੜੇ ਭਲਾ? ਕਾਮ, ਕ੍ਰੋਧ। ਬੰਦੇ ਦੇ ਦੁਸ਼ਮਣ ਕਿਹੜੇ ਗਿਣੋ ਸਾਰੇ? ਕਾਮ, ਕ੍ਰੋਧ, ਲੋਭ, ਮੋਹ ਤੇ ਮਿੱਤਰ ਕਿਹੜੇ ਆ? ਸਤ, ਸੰਤੋਖ, ਦਇਆ, ਧਰਮ ਤੇ ਧੀਰਜ। ਆਹ ਪਤੇ ਦੀ ਗੱਲ ਮਹਾਰਾਜ ਕਹਿੰਦੇ ਸੁਣ ਲਓ ਮੇਰੇ ਕੋਲੋਂ। ਪਤੇ ਦੀ ਗੱਲ ਇਹ ਸੁਣ ਲਓ ਕਿ ਰੋਜ਼ ਉਹ ਕੰਮ ਕਰੋ ਜਿਹਦੇ ਨਾਲ ਦੁਸ਼ਮਣ ਤੁਹਾਡੀ ਜ਼ਿੰਦਗੀ 'ਚੋਂ ਪਰਾਂ ਰਹਿਣ ਤੇ ਮਿੱਤਰ ਤੁਹਾਡੀ ਜ਼ਿੰਦਗੀ 'ਚ ਲਾਗੇ ਆ ਜਾਣ। ਪਰ ਅੱਜ ਬੰਦੇ ਦੀ ਜ਼ਿੰਦਗੀ 'ਚ ਜ਼ਿਆਦਾ ਮਿੱਤਰ ਲਾਗੇ ਕਿ ਦੁਸ਼ਮਣ? ਬੋਲ ਕੇ ਦੱਸਿਓ ਜੀ, ਬੋਲੋ ਸਾਧ ਸੰਗਤ ਜੀ। ਅੱਛਾ, ਸਾਡਾ ਜਵਾਕ ਕਿਸੇ ਉਸ ਵਿਅਕਤੀ ਦੇ ਨਾਲ ਤੁਰਿਆ ਫਿਰਦਾ ਹੋਵੇ ਨਾ ਜਿਹੜਾ ਮਾੜਾ ਹੋਵੇ, ਤੇ ਆਪਾਂ ਉਹਨੂੰ ਰੋਕਦੇ ਹਾਂ ਵੀ ਉਹਦੀ ਸੰਗਤ 'ਚ ਨਾ ਬਹਿ। ਤੇ ਆਹ ਜਿਹੜੇ ਸਾਡੇ ਅੰਦਰ 5 ਦੁਸ਼ਟ ਬੈਠੇ ਆ, ਇਹਨਾਂ ਦੀ ਸੰਗਤ ਵਿੱਚ ਸਾਡਾ ਮਨ ਰੋਜ਼ ਹੀ ਤੁਰਿਆ ਫਿਰਦਾ। ਕਦੀ ਸੋਚ ਕੇ ਵੇਖਿਆ? ਉੱਠਦਾ ਬਹਿੰਦਾ ਉਹਨਾਂ ਦੇ ਕੋਲ। ਇਸੇ ਨੂੰ ਆਖਿਆ ਸੀ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਸੰਤ ਰਾਗ ਵਿੱਚ ਕਿ ਰਾਜਾ ਬਾਲਕ ਨਗਰੀ ਕਾਚੀ। ਰਾਜਾ ਬਾਲਕ ਯਾਨੀ ਕਿ ਇਹ ਮਨ ਰਾਜਾ ਵਾ ਨਾ ਇਸ ਨਗਰ ਦਾ, ਤੇ ਨਗਰ ਕੱਚਾ ਵਾ। ਤੇ ਦੁਸ਼ਟਾਂ ਨਾਲ ਪਿਆਰੋ। ਦੁਸ਼ਮਣਾਂ ਨਾਲ ਇਹਨੇ ਪਿਆਰ ਪਾ ਲਿਆ ਤੇ ਮਿੱਤਰਾਂ ਨਾਲ ਇਹਨੇ ਦੂਰੀ ਬਣਾ ਲਈ। ਦੁਸ਼ਮਣਾਂ ਨਾਲ ਪਿਆਰ ਪਾਇਆ ਨਾ। ਹੁਣ ਜਿਹੜਾ ਕੰਮ ਕਰਦੇ ਅਸੀਂ, ਜੇ ਜਾਇਦਾਦ ਵੰਡਣ ਲੱਗਦੇ ਹਾਂ, ਅਸੀਂ ਸੰਤੋਖ ਦੀ ਸੁਣਦੇ ਹਾਂ ਕਿ ਲਾਲਚ ਦੀ? ਬੋਲ ਕੇ ਦੱਸਿਓ ਜੀ। ਲਾਲਚ ਦੀ। ਤੇ ਲਾਲਚ ਦੁਸ਼ਮਣ ਵਾ। ਲਾਲਚ ਨੇ ਭਰਾ ਨੂੰ ਭਰਾ ਨਾਲੋਂ ਤੋੜ ਦੇਣਾ। ਭਰਾ ਨੇ ਤੇ ਕੰਮ ਆ ਜਾਣਾ ਸੀ, ਲਾਲਚ ਨੇ ਕਦੀ ਤੇਰੇ ਕੰਮ ਆਉਣਾ ਹੀ ਨਹੀਂ। ਤੇਰੇ ਲਾਲਚ ਤੇਰੇ ਕਿੱਦਾਂ ਕੰਮ ਆ ਜਾਊਗਾ? ਲਾਲਚ ਨਾਲ ਤੂੰ ਬੈੱਡ ਖਰੀਦ ਸਕਦਾ, ਨੀਂਦ ਥੋੜ੍ਹਾ ਆ ਜਾਊ ਉੱਤੇ। ਲਾਲਚ ਨਾਲ 4-5 ਬੈਡਰੂਮਾਂ ਦਾ ਘਰ ਬਣਾ ਲੇਗਾ, ਸੌਂ ਕੇ ਵਿਖਾ ਦੇ ਤੂੰ ਉਹਦੇ ਵਿੱਚ। ਪਰ ਸਬਰ ਸੰਤੋਖ ਨਾਲ ਤਾਂ ਜ਼ਿੰਦਗੀ 'ਚ ਭਾਵੇਂ ਘਰ 1 ਬੈਡਰੂਮ ਦਾ ਵੀ ਹੋਇਆ, ਇੱਕ ਦੂਜਾ ਤੇਰੇ ਤੋਂ ਜਾਨ ਵਾਰੇਗਾ ਵੀ ਨਹੀਂ ਯਾਰ ਇਹਨੇ ਆਪਣਾ ਵਿਗਾੜ ਕੇ ਮੇਰਾ ਸਵਾਰਿਆ। ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਉਹਨਾਂ ਨੇ ਆਪਣਾ ਵਿਗਾੜ ਕੇ, ਆਪਣੇ ਨੁਕਸਾਨ ਕਰਾ ਕੇ ਸਾਡੇ ਸਵਾਰੇ ਨੇ। ਖੁਦਗਰਜੀ ਜਿਹੜੀ ਹੁੰਦੀ ਨਾ ਜ਼ਿੰਦਗੀ 'ਚ, ਇਹ ਬੰਦੇ ਨੂੰ ਕਦੀ ਖੁਸ਼ੀ ਨਹੀਂ ਦਿੰਦੀ। ਸਾਧ ਸੰਗਤ ਜੀ, ਜਿਹਨੂੰ ਖੁਦਗਰਜੀ, ਜਿਹੜਾ ਖੁਦਗਰਜ ਨਾ, ਖੁਦਗਰਜ ਇਨਸਾਨ, ਉਹ ਤੁਸੀਂ ਕਦੀ ਨੋਟ ਕਰਿਓ, ਖੁਦਗਰਜ ਬੰਦਾ ਜ਼ਿੰਦਗੀ 'ਚ ਕਦੀ ਖੁਸ਼ ਨਹੀਂ ਰਹਿ ਸਕਦਾ। ਉਹਦੇ ਚਿਹਰੇ 'ਤੇ ਹਮੇਸ਼ਾ ਉਦਾਸੀ ਛਾਈ ਹੋਏਗੀ। ਕਿਉਂ? ਕਿਉਂਕਿ ਉਹਨੇ ਹਰ ਬੰਦੇ ਨੂੰ ਵਰਤਿਆ ਹੀ ਹੁੰਦਾ ਵੀ ਮੈਂ ਇਹਨੂੰ ਵੀ ਵਰਤਣਾ, ਇਹਨੂੰ ਵੀ ਵਰਤਣਾ। ਖੁਦਗਰਜ ਭਾਵੇਂ ਉਹ ਕੋਈ ਵੀ ਹੋ ਸਕਦਾ, ਬੇਟਾ ਹੋ ਸਕਦਾ, ਬੇਟੀ ਹੋ ਸਕਦੀ, ਤਾਇਆ ਚਾਚਾ ਹੋ ਸਕਦਾ, ਕੋਈ ਦਾਦਾ ਹੋ ਸਕਦਾ, ਕੋਈ ਵੀ ਹੋ ਸਕਦਾ। ਖੁਦਗਰਜ ਹਰ ਬੰਦੇ ਨੂੰ ਆਪਣੇ ਬਾਰੇ ਪਤਾ ਹੈ। ਜਿਵੇਂ ਸੀਸੇ ਬਾਰੇ ਆਪਾਂ ਪਹਿਲਾਂ ਕਹਿਤਾ, ਖੁਦਗਰਜ ਬੰਦਾ ਜ਼ਿੰਦਗੀ 'ਚ ਕਦੀ ਵੀ, ਤੁਹਾਨੂੰ ਵੇਖੋ ਖੁਦਗਰਜ ਬੰਦੇ ਦੇ ਭਾਵੇਂ ਮੈਂ ਕਹਿੰਦਾ ਆਮ ਹੋ ਸਕਦਾ ਆਮ ਬੰਦੇ ਕੋਲ 1 ਘਰ ਹੋਵੇ, ਖੁਦਗਰਜ ਕੋਲ 50 ਘਰ ਹੋਵੇ, ਪਰ ਤੁਸੀਂ ਇਹਨੂੰ ਸੁੱਤਾ ਵਿਖਾ ਦਿਓ ਕਦੀ ਚੈਨ ਨਾਲ, ਗੋਲੀਆਂ ਨੀਂਦ ਦੀਆਂ ਲੱਭਦਾ ਫਿਰੂਗਾ ਵੀ ਕਿਤੇ 1 ਮਿਲ ਜੇ, 2 ਮਿਲ ਜੇ, ਕਿਤੇ ਮੈਨੂੰ ਮੈਂ ਸੌਂ ਜਾਵਾਂ, ਮੈਨੂੰ ਮੇਰੇ ਪਰੇਸ਼ਾਨੀ ਹੁੰਦੀ, ਮੈਨੂੰ ਟੈਨਸ਼ਨ ਬੜੀ ਹੈ। ਪਤਾ ਨਹੀਂ ਖਾਂਦਾ ਵੀ ਬੜੀ ਲਿਮਿਟ ਦਾ, ਸ਼ੂਗਰ ਪਤਾ ਨਹੀਂ ਕਿਉਂ ਵੱਧਦੀ ਜਾਂਦੀ ਹੈ। ਪਰੌਂਠਾ ਮੈਂ ਨਹੀਂ ਖਾਂਦਾ, ਕੈਸਟਰੋਲ ਆਪੇ ਬਣੀ ਜਾਂਦਾ ਮੇਰਾ। ਵੀ ਸਾਰੀਆਂ ਖੁਰਾਕਾਂ ਕਿਤੇ ਮਾਫ਼ ਕਰਨਾ, ਸਾਰੀਆਂ ਬਿਮਾਰੀਆਂ ਬੰਦੇ ਦੀ ਖੁਰਾਕ 'ਤੇ ਥੋੜ੍ਹਾ, ਸੋਚ ਨਾਲ ਵੀ ਬੰਦੇ ਦੀ ਬਿਮਾਰੀ ਦਾ ਵਿੱਚ ਫਰਕ ਹੈ। ਜਦੋਂ ਦੀ ਸੋਚਦੇ ਮਾੜਾ, ਹੁਣ 24 ਘੰਟੇ ਕਾਰੋਬਾਰ ਕੋਈ ਕਰਦਾ, ਸੋਚੀ ਮਾੜਾ ਮੈਂ ਜਾਣਾ, ਮੈਂ ਕਿੱਦਾਂ ਠੀਕ ਰਹਿ ਜਾਊਂਗਾ ਜੀ? ਮੈਂ ਕਿਹਦੀ ਤਰੱਕੀ ਵੇਖ ਕੇ ਆਪਣੀ ਰਾਤ ਦੀ ਨੀਂਦ ਹਰਾਮ ਕਰ ਰਿਹਾ ਵਾਂ। ਤੇ ਬੰਦਾ ਇਹ ਸੋਚਦਾ, ਇਸ ਖੁਦਗਰਜ ਬੰਦੇ ਨੂੰ ਬਾਣੀ ਨੇ ਕਲਯੁਗ ਆਖਿਆ। ਜੀਵਨ ਤਲਬ ਨਿਵਾਰ ਹੋਏ ਪ੍ਰਵਾਣਾ ਕਰੇ ਟਿਕਾਣਾ ਕਲ ਰੱਖਣ ਵਿੱਚ। ਜਿਹੜੇ ਕਹਿੰਦੇ ਕਲਯੁਗ ਆ ਗਿਆ, ਕਲਯੁਗ ਆ ਗਿਆ। ਕਈ ਕਹਿਣਗੇ ਨਿਆਣਾ ਨਾ ਆਖੇ ਲੱਗੇ, ਨੋ ਪੁੱਤ ਨਾ ਆਖੇ ਲੱਗੇ, ਕਾਰੋਬਾਰ ਨਾ ਚੱਲੇ, ਕਹਿਣਗੇ ਕਲਯੁਗ ਦਾ ਪਹਿਰਾ ਭਾਈ। ਅੱਛਾ, ਸਾਡਾ ਜਵਾਕ ਆਖੇ ਨਹੀਂ ਲੱਗਦਾ, ਸਾਡੇ ਵਾਸਤੇ ਕਲਯੁਗ ਹੈ। ਗੁਆਂਢੀਆਂ ਦਾ ਨਿਆਣਾ ਜਾਣ ਦਿੰਦਾ ਮਾਂ ਬਾਪ ਦੇ, ਉਹ ਕਿਹੜੇ ਯੁੱਗ 'ਚ ਰਹਿਣ ਡਿਆ ਭਲਾ? ਬੋਲੋ ਜੀ। ਅੱਛਾ, ਯੁੱਗ ਮਤਲਬ ਇਹ ਯੁੱਗ ਦੇ ਵੀ ਪਲਾਟ ਆ 2-2 ਮਰਲਿਆਂ ਦੇ, 10-10 ਮਰਲਿਆਂ ਦੇ, 20-20 ਮਰਲਿਆਂ ਦੇ। ਐਵੇਂ ਕਹਾਣੀਆਂ, ਬਾਬਿਆਂ ਕਹਾਣੀਆਂ ਬਣਾ ਸਕਦੀਆਂ। ਅੱਛਾ ਜੀ ਕਲਯੁਗ ਆ ਗਿਆ, ਕਲਯੁਗ ਆ ਗਿਆ। ਇਹ ਜਦੋਂ ਦੇਗ ਵਰਤਾਈ ਉਦੋਂ ਕਲਯੁਗ ਆ ਜਾਂਦਾ, ਉਦੋਂ ਬਾਹਰ ਖਲੋਤਾ ਰਹਿੰਦਾ। ਕਲਯੁਗ ਦੇ ਦੇਗ ਵਰਤਾਉਂਦਿਆਂ ਵੀ ਲੈ ਉਹ ਭਾਵੇਂ ਬਾਣੀ ਪੜ੍ਹਾਉਂਦੇ, ਜਦੋਂ ਮਰਜ਼ੀ। ਕਲਯੁਗ ਦੇ ਬੰਦੇ ਦੇ ਅੰਦਰ ਵਾ। ਗੁਰੂ ਸਾਹਿਬ ਨੇ ਆਖਿਆ ਸੀ ਨਾ, ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦੁਨੀਆ ਤਪਤ ਰਹੇ, ਸਾਹ ਧਰਤੀ ਸੋ ਪਾਉਣ ਚਲਾਰੇ, ਜੁਗ ਜੀ ਖੈਲੇ ਥਾਮ ਕੈਸੇ। ਉਹਨੇ ਹਾਂ ਜੀ ਕਲਯੁਗ ਆ ਗਿਆ, ਕਲਯੁਗ ਆ ਗਿਆ। ਮਾਰੇ ਕਹਿੰਦੇ ਅੱਛਾ ਕਿੱਥੇ ਆ ਗਿਆ? ਕਹਿੰਦੇ ਜਾਂ ਕਲਯੁਗ ਆ ਗਿਆ। ਕਹਿੰਦੇ 10 ਮਿੰਟ ਜਦੋਂ ਸਤਯੁਗ ਸੀ, ਦੁਆਪਰ ਸੀ, ਤ੍ਰੇਤਾ ਸੀ, ਉਦੋਂ ਸੂਰਜ ਚੰਦਰਮਾ ਤਾਰੇ ਹੈਗੇ ਸੀ। ਕਹਿੰਦੇ ਹੈਗੇ ਸੀ। ਕਹਿੰਦੇ ਜਦੋਂ ਤਾਰੇ ਵੀ ਹੈਗੇ, ਸੂਰਜ ਵੀ ਹੈਗਾ, ਚੰਦਰਮਾ ਵੀ ਹੈਗੇ, ਸਭ ਕੁਝ ਉੱਦਾਂ ਹੀ ਸੀ, ਫਿਰ ਬਦਲਿਆ ਤਾਂ ਕੁਝ ਵੀ ਨਹੀਂ। ਮੈਂ ਨਾ ਬੜਾ ਚੰਗਾ ਸੀ, ਉਹ ਬਹਿ ਗਿਆ ਮਹਾਰਾਜ ਦੇ ਅੱਗੇ ਕਲਾਸ ਲਵਾਉਣ। ਕਹਿੰਦਾ ਬਾਪੂ ਫਿਰ ਤੂੰ ਸਮਝਾ ਮੈਨੂੰ ਕੀ ਗੱਲ।
ਕਹਿੰਦੇ ਅਸਲ 'ਚ ਨਾ ਬਾਹਰ ਕੁਝ ਨਹੀਂ ਬਦਲਿਆ, ਬਾਹਰ ਉੱਦਾਂ ਹੀ ਹਵਾ ਵਾ, ਉੱਦਾਂ ਹੀ ਤਾਰੇ ਆ, ਉੱਦਾਂ ਹੀ ਚੰਦਰਮਾ ਵਾ, ਉੱਦਾਂ ਹੀ ਧਰਤੀ ਆ, ਬੰਦਾ ਅੰਦਰੋਂ ਬਦਲ ਗਿਆ। ਬੰਦਾ ਅੰਦਰੋਂ ਉਹ ਨਹੀਂ ਬਦਲਦਾ, ਨਹੀਂ ਬੰਦਾ ਨਿੱਕਾ ਹੁੰਦਾ ਇੱਕੇ ਥਾਲੀ 'ਚ ਭਰਾ ਭਰਾ ਰੋਟੀ ਖਾਂਦੇ, ਇੱਕ ਦੂਜੇ ਕੱਪੜੇ ਪਾਉਂਦੇ, ਮੁੜ ਕੇ ਜਿਉਂ ਵੱਡਾ ਹੁੰਦਾ ਕਹਿੰਦਾ ਅੱਜ ਤੂੰ ਨਹੀਂ ਗਿਆ, ਕਹਿੰਦਾ ਵੱਡੇ ਭਰਾ ਦੇ ਨਿਆਣੇ ਦਾ ਵਿਆਹ ਮੈਂ ਜਾਣਾ ਹੀ ਨਹੀਂ, ਉਹਦੇ ਮੈਂ ਤੇ ਮੇਰਾ ਦੁਸ਼ਮਣ ਬਣ ਗਿਆ। ਉਹ ਫਰਕ ਪਿਆ ਨਾ, ਮੈਂ ਨਹੀਂ ਆਂਦਾ ਉਹ ਬਦਲਿਆ ਜਾਂ ਤੂੰ ਬਦਲਿਆ, ਕੋਈ ਨਾ ਕੋਈ ਤਾਂ ਫਰਕ ਪਿਆ ਕਿ ਨਹੀਂ ਪਿਆ, ਕੁਝ ਨਾ ਕੁਝ ਤੇ ਅੰਦਰ ਚੇਂਜ ਆਈ ਆ ਨਾ। ਤੇ ਬੰਦਾ ਕਹਿੰਦਾ ਜੀ ਮੈਂ ਤੇ ਆਹ ਬਦਲਤਾ, ਘਰ ਬਦਲਤਾ, ਗੱਡੀਆਂ ਬਦਲਤੀਆਂ, ਕੱਪੜੇ ਬਦਲਤੇ, ਖਾਣ ਦੇ ਡਿਜ਼ਾਈਨ ਬਦਲਤੇ, ਤਰੀਕੇ ਬਦਲਤੇ, ਆਹ ਨਹੀਂ ਖਾਣਾ, ਉਹ ਖਾਣਾ, ਕੱਪੜੇ ਆਹ ਨਹੀਂ ਪਾਉਣੇ। ਆਪਣੇ ਆਪ ਨੂੰ ਵੀ ਬਦਲਣਾ ਬੰਦਿਆ, ਸੋਚ ਬਦਲ ਲਾ ਆਪਣੀ। ਜੀਵਨ ਤਰਬ ਨਿਵਾਰ ਹੋਏ ਪ੍ਰਵਾਣਾ, ਕਰੇ ਧਕਾਣਾ ਕਲ ਲੱਖਣ। ਆਹ ਹੈ ਕਲਯੁਗ ਦੇ ਲੱਛਣ। ਜਦੋਂ ਬੰਦਾ ਕਿਸੇ ਤੇ ਧੱਕਾ ਕਰੇ ਤੇ ਧੱਕੇ ਕਰਨ ਨੂੰ ਜਾਇਜ਼ ਠਹਿਰਾਏ ਕਿ ਆਹ ਮੈਂ ਧੱਕਾ ਕਰ ਰਿਹਾ, ਜਾਇਜ਼ ਕਰ ਰਿਹਾ, ਇਹ ਮੇਰਾ ਧਰਮ ਆ, ਇਹ ਕਲਯੁਗ ਆ। ਜਦੋਂ ਬੰਦਾ ਖੁਦ ਗਰਜੀ, ਜਦੋਂ ਬੰਦਾ ਮਤਬਲ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਮਤਬਲ ਖੋਰਾ ਬੰਦਾ, ਸਵਾਰਥੀ। ਅੱਛਾ ਤੁਸੀਂ ਕਦੀ ਨੋਟ ਕਰਿਓ ਸਾਧ ਸੰਗਤ ਜੀ, ਬਾਣੀ 'ਚ ਪਤਾ ਕੀ ਲਿਖਿਆ, ਕਬੀਰ ਕਾਮ ਪਰੇ ਹਰ ਸਿਮਰਿਐ ਐਸਾ ਸਿਮਰੋ ਨਿਤ। ਕਈ ਵੇਖਿਆ ਨਾ ਗੁਰਦੁਆਰੇ ਕੰਧ ਨਾਲ ਖਲੋ ਕੇ ਪਾਠ ਕਰਦੇ ਹੋਣਗੇ, ਉੱਥੇ ਮੈਂ ਬੰਗਲਾ ਸਾਹਿਬ ਵੇਖਦਾ ਹੁੰਦਾ ਸੀ, ਖਲੋ ਕੇ ਪਾਠ ਕਰਨਾ। ਪੁੱਛਣਾ ਕਿਉਂ? ਇਹ ਨੌਕਰੀ ਨਹੀਂ ਮਿਲਦੀ, ਕਿਸੇ ਬਾਬੇ ਨੇ ਆਖਿਆ 40 ਦਿਨ ਪਾਠ ਕਰ ਤੈਨੂੰ ਨੌਕਰੀ ਮਿਲ ਜੂ। ਅੱਛਾ ਜਿੱਦਣ ਮਿਲ ਜੂ ਫੇਰ ਨਹੀਂ ਪਾਠ ਕਰਨਾ? ਬੋਲੋ ਸਾਧ ਸੰਗਤ ਜੀ, ਫੇਰ ਪਾਠ ਦੀ ਲੋੜ ਨਹੀਂ ਨਾ ਹੈਗੀ ਵੀ 40 ਦਿਨ ਪਾਠ ਕਰਨਾ ਨੌਕਰੀ। ਇਹਦਾ ਮਤਲਬ ਨੌਕਰੀ ਯਾਨੀ ਕਿ ਮੈਂ ਮਤਲਬ ਤੁਸੀਂ ਆਪਣੇ ਜਵਾਕ ਨੂੰ ਕਹੋ ਜਾ ਪੁੱਤ ਮੰਮੀ ਤੇਰੀ ਘਰ ਨਹੀਂ ਹੈਗੀ, ਚਾਹ ਬਣਾ, ਉਹ ਕਹੋ ਵੀ ਪਹਿਲਾਂ ਮੈਨੂੰ $10 ਦਿਓ, ਤੁਹਾਡੇ ਦਿਮਾਗ 'ਚ ਆਊਗਾ ਨਾ ਉਹ ਚਾਹ ਦੇ $10, ਇਹ ਕੱਲ੍ਹ ਨੂੰ ਕਹੂੰਗਾ ਖਾਣਾ ਬਣਾ ਦੇ, ਕਹੂਗਾ 20 ਦੇ, ਉਹਨੂੰ ਚੰਗਾ ਨਹੀਂ ਵੀ ਮੈਂ। ਬੋਲੋ ਜੀ। ਅੱਛਾ ਉੱਦਾਂ ਭਾਵੇਂ ਤੁਸੀਂ ਇਹ ਕਹੋ ਪੁੱਤ ਸਾਰੇ ਤੇਰੇ ਆ, ਪਰ ਸ਼ਰਤ ਨਹੀਂ। ਕਿਉਂ ਸਾਧ ਸੰਗਤ ਜੀ? ਇਹ ਕਹੋਗੇ ਨਾ ਸ਼ਰਤ ਨਹੀਂ, ਉੱਦਾਂ ਸਾਰੇ ਤੇਰੇ ਆ, ਸ਼ਰਤ ਨਹੀਂ, ਕੰਡੀਸ਼ਨ ਨਹੀਂ। ਕੱਲ੍ਹ ਨੂੰ ਮੇਰੇ ਕੋਲ ਨਾ ਹੋਏ, ਮੈਂ ਤੈਨੂੰ ਕਹਾਂਗਾ ਚਾਹ ਬਣਾ ਦੇ, ਤੂੰ ਕਹੇਂਗਾ ਪਹਿਲਾਂ 10 ਸੁੱਟੋ ਇੱਥੇ। ਸ਼ਰਤ ਤੁਹਾਡਾ ਬੱਚਾ ਤੁਹਾਡੇ ਨਾਲ ਸ਼ਰਤ ਲਾਵੇ, ਚੰਗਾ ਲੱਗੂ ਜੀ? ਬੋਲ ਕੇ ਦੱਸਿਓ ਜੀ। ਤੇ ਜਦੋਂ ਗੁਰੂ ਅੱਗੇ ਸ਼ਰਤ ਲਾਉਣੇ, ਮੈਂ ਤੇਰੇ ਅਖੰਡ ਪਾਠ ਕਰਾਂ, ਪੋਤਰਾ ਦੇ ਦੇ। ਬੋਲੋ ਜੀ। ਮੈਂ ਇੰਨੇ ਦਿਨ ਗੁਰਦੁਆਰੇ ਜਾਊਂ, ਮੈਨੂੰ ਨੌਕਰੀ ਮਿਲ ਜਾਏ, ਇਹ ਕੀ ਆ ਭਲਾ? ਉੱਚੀ ਬੋਲੋ ਸਾਧ ਸੰਗਤ ਜੀ। ਇਹ ਸ਼ਰਤ ਹੈ ਗੁਰੂ ਅੱਗੇ, ਜਿਹਨੂੰ ਸਾਡਾ ਸਮਾਜ ਆਂਦਾ ਸੀ ਸੁਖਣਾ। ਸੁਖਣਾ ਸ਼ਬਦ ਗੁਰਮਤਿ ਦਾ ਤੇ ਹੈ ਹੀ ਨਹੀਂ। ਇੱਥੇ ਤੇ ਨਾਨਕ ਹੁਕਮ ਨਾ ਚੱਲਈ, ਸਾਰੇ ਬੋਲੋ ਨਾਨਕ ਹੁਕਮ ਨਾ ਚੱਲਈ, ਨਾਲ ਖਸਮ ਚੱਲੈ ਅਰਦਾਸ। ਸਾਰੇ ਬੋਲੋ ਨਾਨਕ ਹੁਕਮ ਨਾ, ਨਾਲ ਖਸਮ ਚੱਲੈ। ਤੇ ਅਰਦਾਸ ਵਿੱਚ ਸੌਦੇ ਨਹੀਂ ਹੁੰਦੇ, ਹੁੰਦੇ ਆ ਜੀ? ਅਰਦਾਸ ਵਿੱਚ ਹੁੰਦਾ ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸੱਤ ਬਹਾਲੇ ਪਾਸ। ਜਿਹਦੇ ਕੋਲ ਸੱਤ ਤੇ ਸੰਤੋਖ ਆ ਉਹਦੀ ਅਰਦਾਸ ਆ। ਤੇ ਸੱਤ ਸੰਤੋਖ ਵਾਲਾ ਬੰਦਾ ਗਲਤ ਚੀਜ਼ ਮੰਗਦਾ ਹੀ ਨਹੀਂ। ਫਿਰ ਦੋਹੀ ਦਿਚੈ ਦੁਰਜਨਾ ਮਿੱਤਰਾਂ ਕੂ ਜੈਕਾਰ, ਜਿਤ ਦੋਹੀ, ਜਿਸ ਦੋਹੀ ਨਾਲ ਸੱਜਣ ਮਿਲਣਾ, ਜਿਹਦੇ ਨਾਲ ਮੇਰਾ ਸੱਜਣਾ ਦਾ ਮਿਲਾਪ ਹੋਵੇ। ਸੱਜਣ ਚੇਤਾ ਰੱਖੋ ਕਿਹੜੇ ਕਿਹੜੇ ਆ? ਸੱਤ, ਸੰਤੋਖ, ਦਇਆ, ਧਰਮ, ਧੀਰਜ। ਇਹ ਵੇਖੋ ਬਾਣੀ ਚ ਆਖਾ ਪੰਚ ਮਨਾਏ ਤੇ ਪੰਚ ਰਸਾਏ। ਪੰਜਾਂ ਨੂੰ ਮਨਾ ਲਓ ਤੇ ਪੰਜਾਂ ਨੂੰ ਰਸਾ ਲਓ। ਪੰਜਾਂ ਨੂੰ ਘਰੋਂ ਬਾਹਰ ਕੱਢ ਦਿਓ ਤੇ ਪੰਜਾਂ ਨੂੰ ਘਰ 'ਚ ਲੈ ਆਓ, ਘਰ ਸੁਖੀ ਹੋ ਜਾਣਾ। ਕਿਹੜਾ ਘਰ? ਆਖਿਰ ਦੇ ਰੂਪੀ ਘਰ ਵਾਲਾ। ਘਰ ਸੁਖ ਵਸਿਆ ਜਦੋਂ ਤੁਹਾਡਾ ਆਹ ਸਰੀਰ ਰੂਪੀ ਘਰ ਸੁਖੀ ਹੋ ਗਿਆ, ਤੇ ਫਿਰ ਜਿਹੜੇ ਘਰ ਤੁਸੀਂ ਰਹਿੰਦੇ ਹੋ ਤਾਂ ਸੁਖੀ ਹੋਣਾ ਹੀ ਹੋਣਾ। ਫਿਰ ਹੁਣ ਇੱਥੋਂ ਹੀ ਅਪਸੈਟ ਆ, ਬਾਕੀ ਘਰ ਤੇ ਅਪਸੈਟ ਹੋਣਾ ਹੀ ਹੋਣਾ। ਤੁਸੀਂ ਕਦੀ ਨੋਟ ਕੀਤਾ ਜਦੋਂ ਬੰਦਾ ਆਵਾਜ਼ਾਰ ਹੁੰਦਾ ਉਹਨੂੰ ਸਾਰਾ ਘਰ ਵੀ ਆਵਾਜ਼ਾਰ ਹੀ ਲੱਗੀ ਜਾਂਦਾ। ਘਰ ਦੀਆਂ ਕੰਧਾਂ ਵੀ ਉਹਨੂੰ ਡਰਾਉਣ ਪੈਂਦੀਆਂ, ਕਿਉਂਕਿ ਆਪ ਅੰਦਰੋਂ ਡਰਿਆ ਹੋਇਆ ਨਾ। ਅਸਲ 'ਚ ਅੰਦਰੋਂ ਆਵਾਜ਼ਾਰ ਆ। ਜਦੋਂ ਅੰਦਰੋਂ ਤੁਸੀਂ ਸਹੀ ਹੋ ਗਏ ਨਾ, ਸਾਰਾ ਕੁਝ ਹੀ ਸਹੀ ਹੋ ਜਾਣਾ, ਕੁਝ ਨਹੀਂ ਮਾੜਾ। ਇੱਦਾਂ ਕਦੇ ਨਾ ਕਹੋ ਮੇਰੇ ਨਾਲ ਹੀ ਧੱਕਾ ਕਿਉਂ ਹੁੰਦਾ, ਮੇਰੇ ਨਾਲ ਹੀ ਕਿਉਂ ਮਾੜਾ ਹੋਇਆ, ਨਾ ਕਦੀ ਨਾ ਕਹੋ। ਇਹ ਕੁਝ ਸ਼ਬਦ ਸਾਡੇ ਦਿਮਾਗ 'ਚ ਪਾਏ ਗਏ, ਕਰਮਾਂ 'ਚ ਲਿਖਿਆ ਰੱਬ ਨੇ। ਇੱਦਾਂ ਕਹਿੰਦੇ ਆਪਾਂ, ਕਿਉਂ ਸਾਧ ਸੰਗਤ ਜੀ? ਜੋ ਪ੍ਰਮਾਤਮਾ ਨੇ ਕਰਮਾਂ 'ਚ ਲਿਖਿਆ ਉਹੀ ਮਿਲਣਾ, ਇੱਦਾਂ ਕਹਿੰਦੇ ਆਪਾਂ। ਤੇ ਕਰਮ ਕਦੋਂ ਲਿਖਿਆ ਭਲਾ? ਪਿਛਲੇ ਜਨਮ 'ਚ। ਮੰਨ ਲਓ ਉੱਥੇ ਸਾਡੀ ਗੱਡੀ 'ਚ ਕੋਈ ਗੱਡੀ ਮਾਰ ਜੇ, ਕੀ ਕਰੋਗੇ ਭਲਾ? ਉਸ ਵੇਲੇ ਕਾਲ ਕਰਦੇ ਆਪਾਂ ਨੂੰ, ਉਹ ਕਹੋ ਜੀ ਕਰਮਾਂ 'ਚ ਲਿਖਿਆ ਹੁਣੇ ਗੁਰਦੁਆਰੇ ਸੁਣ ਕੇ ਆਏ ਤੁਸੀਂ।
ਕਰਮਾਂ 'ਚ ਲਿਖਿਆ, ਮੇਰੇ ਕੋਲੋਂ ਵੱਜ ਗਈ। ਪਿਛਲੇ ਜਨਮ 'ਚ ਤੁਸੀਂ ਸਾਡੀ ਗੱਡੀ ਸਾਡੇ 'ਚ ਮਾਰੀ, ਗੱਡੀ ਯਾਰ ਕਿ ਅਸੀਂ ਮਾਰਤੀ, ਬਦਲਾ ਬਰਾਬਰ ਹੋ ਗਿਆ ਕੰਮ। ਤੁਸੀਂ ਆਪੇ ਦੱਸ, ਕਹਿੰਦੇ ਜੇ ਕਰਮਾਂ 'ਚ ਲਿਖਿਆ ਸਾਡੇ, ਇਹ ਕਿਹੜੀ ਫਿਲਾਸਫੀ ਹੈ? ਕਦੀ ਸੋਚ ਕੇ ਵੇਖਿਆ ਤੁਸੀਂ ਸਾਨੂੰ? ਅਸੀਂ ਗੁਰਮਤਿ ਕੀ ਕਹਿੰਦੀ ਸਾਨੂੰ? ਫਿਰ ਤਾਂ ਸਾਡੇ ਨਾਲ ਜੋ ਕੁਝ ਸਾਡੇ ਨਾਲ ਵਾਪਰਿਆ ਇਹ ਤੇ ਪਿੱਛੇ ਲਿਖਿਆ ਸੀ ਇੱਦਾਂ। ਕਦੀ ਸੋਚ ਕੇ ਵੇਖਿਆ? ਫਿਰ ਜਿਹੜੇ ਤੁਹਾਡੇ ਪੁੱਤਰ ਧੀ ਇੱਥੋਂ ਦੇ ਬੌਰਨ ਡਾਕਟਰ ਬਣ ਗਏ, ਇੰਜੀਨੀਅਰ ਬਣ ਗਏ, ਪਾਇਲਟ ਬਣ ਗਏ, ਕਹਿ ਕੇ ਵੇਖੋ ਭਲਾ ਵੀ ਪਿਛਲੇ ਜਨਮਾਂ ਦੀ ਪੜ੍ਹਾਈ ਕੀਤੀ ਤਾਂ ਤੂੰ ਡਾਕਟਰ ਬਣਿਆ। ਕਹਿੰਦਾ ਹੱਦ ਹੋ ਗਈ, ਐਨਕ ਮੈਨੂੰ ਲੱਗ ਗਈ 2-3 ਨੰਬਰ ਦੀ ਪੜ੍ਹ ਕੇ। ਤੁਸੀਂ ਕਹਿੰਦੇ ਪਿਛਲੇ ਜਨਮਾਂ ਦਾ ਮੈਂ ਪੜ੍ਹ ਕੇ ਡਾਕਟਰ ਬਣ ਗਿਆ। ਮੈਂ ਇੰਨੀ ਪੜ੍ਹਾਈ ਕੀਤੀ, ਨਾ ਮੈਂ ਖੇਡਿਆ, ਨਾ ਮੈਂ ਉੱਧਰ ਗਿਆ, ਮੈਂ ਦਿਨ ਰਾਤ ਮਿਹਨਤ ਕੀਤੀ ਆ, ਇੱਥੇ ਜਨਮ ਦੇ ਵਿੱਚ ਮੈਂ ਸਟੱਡੀ ਕੀਤੀ ਹੈ। ਨਾ ਕੋਈ ਪੈਦਾ ਹੁੰਦਾ ਜੱਜ ਹੈ, ਨਾ ਕੋਈ ਪੈਦਾ ਹੁੰਦਾ ਡਾਕਟਰ, ਨਾ ਕੋਈ ਪੈਦਾ ਹੁੰਦਾ ਧਰਮੀ ਹੈ, ਅਤੇ ਨਾ ਕੋਈ ਅਧਰਮੀ ਹੈ। ਇੱਥੋਂ ਦੀ ਐਜੂਕੇਸ਼ਨ, ਇੱਥੋਂ ਦੇ ਸੰਸਕਾਰਾਂ ਨੇ ਉਹਨੂੰ ਉੱਥੇ ਬਣਾ। ਜਿੱਦਾਂ ਤੁਸੀਂ ਆਪਣੇ ਇੱਥੋਂ ਦੇ ਬੌਰਨ ਬੱਚਿਆਂ ਨੂੰ ਬਾਣੀ ਇੰਝ ਸਮਝਾਈ ਨਾ, ਮੈਂ ਹਰ ਸਟੇਜ 'ਤੇ ਗੱਲ ਕਹਿਣਾ, ਉਹਨਾਂ ਨੂੰ ਮਾਣ ਹੋਣਾ ਆਪਣੇ ਗੁਰੂ 'ਤੇ ਕਿ ਸਾਨੂੰ ਇੰਨਾ ਸੁਚੱਜਾ ਗਿਆਨ ਆਪਣੇ ਗੁਰੂ ਪਾਤਸ਼ਾਹ ਜੀ ਕੋਲੋਂ ਮਿਲਿਆ ਹੈ। ਉਹਨਾਂ ਦੇ ਲਾਗੇ ਬਹਿ ਕੇ ਉਹਨਾਂ ਦੇ ਨਾਲ ਬਾਣੀ ਦੀਆਂ ਇੱਦਾਂ ਦੀ ਵਿਚਾਰ ਕਰੋ। ਇੱਕ ਭਾਵੇਂ ਰੋਜ਼ ਜ਼ਿਆਦਾ ਜ਼ੋਰ ਲਾਉਣ ਦੀ ਲੋੜ ਨਹੀਂ, ਇੱਕ ਅੱਧੀ ਗੱਲ ਵੀ ਤੁਸੀਂ ਸਾਂਝੀ ਕਰ ਲਓ। ਖਾਣਾ ਖਾਂਦਿਆਂ ਇੱਦਾਂ ਬਹਿੰਦਿਆਂ ਤੁਰੀ ਜਾਂਦੀ ਗੱਲ ਵੀ ਸ਼ੁਰੂ ਕਰ ਦਿਓ, ਬਹੁਤ ਹੈ, ਸਮਝ ਆ ਜਾਣੀ ਹੈ। ਹੁਣ ਇੱਥੇ ਪਾਤਸ਼ਾਹ ਜੀ ਕੀ ਕਹਿ ਰਹੇ ਨੇ? ਦੋਹੀ ਦਿੱਚੇ ਦੁਰਜਣਾ ਮਿੱਤਰਾਂ ਕੂ ਜੈਕਾਰ, ਜਿਤ ਦੋਹੀ ਸੱਜਣ ਮਿਲਣ। ਜਿਸ ਦੋਹੀ ਨਾਲ, ਜਿਸ ਸਿਵ ਸਲਾਹ ਨਾਲ, ਦੁਹਾਈ ਨਾਲ ਮੈਨੂੰ ਸੱਜਣ ਮਿਲਣ, ਲਹੋ ਮੁੰਦੇ ਵਿਚਾਰ, ਹੇ ਮੁੰਡੇ, ਹੇ ਜੀਵ ਇਸਤਰੀਏ, ਉਹ ਵਿਚਾਰ ਇਕੱਠੀ ਕਰ ਲਾ ਜਿਹਦੇ ਨਾਲ ਤੇਰੀ ਜ਼ਿੰਦਗੀ ਸੱਜਣਾ ਦੀ ਗਿਣਤੀ ਵਧਣੀ ਆ। ਤੇ ਮਹਾਰਾਜ ਉਹਦਾ ਫਾਇਦਾ ਕੀ ਹੋਣਾ? ਕਹਿੰਦੇ ਆ ਹੋਣਾ, ਤਨ ਮਨ ਦੀਜੈ ਸੱਜਣਾ। ਉਹਨਾਂ ਸੱਜਣਾ ਨੂੰ ਆਪਣਾ ਤਨ ਤੇ ਮਨ ਦੇਣਾ ਪੈਣਾ। ਤਨ ਵੀ ਉਹਨਾਂ ਦੇ ਹਵਾਲੇ ਕਰਨਾ ਪੈਣਾ ਤੇ ਮਨ ਵੀ ਉਹਨਾਂ ਦੇ ਹਵਾਲੇ ਕਰਨਾ ਪੈਣਾ। ਕਿਹਨਾਂ ਸੱਜਣਾ ਭਲਾ? ਸਤ ਸੰਤੋਖ ਦਇਆ ਧਰਮ ਤੇਜ, ਇਹ ਸੱਜਣ, ਇਹ ਆ ਸੱਜਣ ਬੰਦੇ ਦੇ ਅਸਲੀ। ਸੱਜਣ ਸਹੀ ਨਾਲ ਮੈਂ, ਚਲਦਿਆਂ ਨਾਲ ਚੱਲਾਂ। ਤਨ ਮਨ ਦੀਜੈ ਸੱਜਣਾ ਐਸਾ ਹੱਸਣ ਸਾਰ। ਇਹ ਬੰਦੇ ਦੀ ਜ਼ਿੰਦਗੀ ਦਾ ਸ੍ਰੇਸ਼ਟ ਕੰਮ ਆ, ਸਭ ਤੋਂ ਉੱਤਮ ਕੰਮ ਆ। ਜਦੋਂ ਬੰਦਾ ਆਪਣਾ ਤਨ ਤੇ ਹੱਸਣ ਸਾਰ, ਪਤਾ ਕਹਿੰਦੇ ਨੇ, ਜਦੋਂ ਤੂੰ ਆਪਣਾ ਤਨ ਤੇ ਮਨ ਇਹਨਾਂ ਸੱਜਣਾ ਦੇ ਹਵਾਲੇ ਕਰਤਾ ਨਾ, ਜਿਹੜਾ ਤੈਨੂੰ ਉਦੋਂ ਹਾਸਾ ਆਉਣਾ ਨਾ, ਇਹੋ ਜਿਹਾ ਹਾਸਾ ਦੁਨੀਆ ਅਰਬਾਂ ਰੁਪਈਆ ਖਰਚ ਕੇ ਵੀ ਲੱਭਦੀ ਫਿਰਦੀ ਹੈ। ਅੱਜ ਲੱਭਦੇ ਫਿਰਦੇ ਲੋਕ ਕੀ? ਸ਼ਾਂਤੀ ਲੱਭਦੇ ਫਿਰਦੇ ਆ, ਗਮ ਮਾਰੇ ਪਏ ਆ, ਪਰੇਸ਼ਾਨੀਆਂ 'ਚ ਵਾਂ, ਝੋਰਿਆਂ 'ਚ ਵਾਂ, ਟੈਨਸ਼ਨਾਂ 'ਚ ਮਰੇ ਪਏ ਆ, ਜਿਹਨੂੰ ਆਪਾਂ ਕਹਿੰਦੇ ਜੀ ਗਮਾਂ ਨਾਲ ਮਰਿਆ ਪਿਆ ਬੰਦਾ। ਤੇ ਬਣ ਜਾਂਦੀ ਬੇਗਮਪੁਰਾ ਸ਼ਹਿਰ ਕਰਨਾ। ਐਸਾ ਹੱਸਣ ਸਾਰ ਸ੍ਰੇਸ਼ਟ। ਫਿਰ ਇਹੋ ਜਿਹੀ ਤੈਨੂੰ ਖੁਸ਼ੀ ਮਿਲੂਗੀ ਨਾ, ਇਹੋ ਜਿਹੀ ਖੁਸ਼ੀ। ਬੰਦਾ ਖੁਸ਼ ਹੋ ਕੇ ਪਾਣੀ ਪੀ ਲੇ ਨਾ ਗਲਾਸ ਭਰ ਕੇ, ਉਹ ਵੀ ਸ਼ਰਬਤ ਵਰਗਾ ਆਨੰਦ ਦਿੰਦਾ ਬੰਦੇ ਨੂੰ। ਤੇ ਬੰਦਾ ਅੰਦਰੋਂ ਸੜਿਆ ਹੋਵੇ ਨਾ, ਭਾਵੇਂ ਉਹਨੂੰ ਤੁਸੀਂ ਬਦਾਮ ਘੋਟ ਪਿਆਈ ਜਾਓ ਜਿੰਨੇ ਮਰਜ਼ੀ, ਉਹ ਵੀ ਸਵਾਹ ਬਣਦੀ ਜਾਂਦੀ ਹੈ। ਕਿਉਂ? ਕਿਉਂਕਿ ਬੰਦੇ ਅੰਦਰ ਭੱਠੀ ਲੱਗੀ ਹੋਈ ਆ। ਮੈਂ ਨਹੀਂ ਕਹਿੰਦਾ ਤਪਤ ਕੜਾਹਾ, ਬੰਦੇ ਅੰਦਰ ਕੜਾਹਾ ਤਪ ਰਿਹਾ ਵਾ, ਜਿਹਨੂੰ ਬਾਣੀ ਦੀ ਜੀਓ ਤਪਤ ਹੈ ਬਾਰੋ ਬਾਰ, ਤਪ ਖਪੈ ਬਹੁਤ ਬੇਕਾਰ। ਇਹ ਤੇਰੇ ਕੋਲ ਹੀ ਆਪਣਾ ਰਿਮੋਟ ਦੂਜੇ ਹੱਥ ਨਾਲ ਫੜਾ। ਹੱਸਣਾ ਕਿੱਦਾਂ ਤੂੰ? ਖੁਸ਼ ਰਹਿਣਾ ਤੇਰੀ ਆਪਣੀ ਮਰਜ਼ੀ ਆ। ਵਿਕਾਸ 'ਚ ਰਹੇ, ਪਰੇਸ਼ਾਨੀਆਂ ਆਉਣੀਆਂ ਜ਼ਿੰਦਗੀ 'ਚ, ਦੁੱਖ ਸੁੱਖ ਆਉਣੇ, ਹਰ ਕੰਮ ਤੇਰੀ ਮਰਜ਼ੀ ਨਾਲ ਥੋੜ੍ਹਾ ਹੋਣਾ। ਬੰਦਾ ਅੱਜ ਪਰੇਸ਼ਾਨ ਪਤਾ ਕੀ ਆ? ਉਹ ਬੰਦਾ ਮੇਰੇ ਮੁਤਾਬਕ ਨਹੀਂ ਚੱਲਦਾ ਤਾਂ ਦੁਖੀ ਹਾਂ ਮੈਂ। ਕਿਸੇ ਨੇ ਕਿਸੇ ਮੁਤਾਬਕ ਨਹੀਂ ਚੱਲਣਾ। ਤੂੰ ਆਪ ਸਹੀ ਚੱਲ, ਸਾਰਾ ਕੁਝ ਸਹੀ ਹੋ ਜਾਣਾ। ਅੱਜ ਜ਼ੋਰ ਲੱਗਾ ਪਿਆ ਨਾ ਵੀ ਆਓ ਮੇਰੇ ਬਾਣੀ 'ਚ, ਗੁਰੂ ਗ੍ਰੰਥ ਸਾਹਿਬ 'ਤੇ ਬਾਰ-ਬਾਰ ਇਹ ਲਿਖਿਆ, ਨਾਨਕ ਮਨ ਸਮਝਾਈਏ, ਆਪਣੇ ਆਪ ਨੂੰ ਸਮਝਾਉਣ ਲਈ ਲਿਖਿਆ ਬਾਣੀ 'ਚ। ਇਹ ਤਾਂ ਕਿਹਾ ਹੀ ਨਹੀਂ ਉਹਨੂੰ ਸਮਝਾ, ਉਹਨੂੰ ਸਮਝਾ। ਅੱਜ ਦੁਖੀ ਬੰਦਾ ਪਤਾ ਕੀ ਹੁੰਦਾ? ਕਹਿੰਦਾ ਮੈਂ ਬੜਾ ਸਮਝਾ ਕੇ ਵੇਖ ਲਿਆ, ਉਹ ਮੇਰੇ ਆਖੇ ਲੱਗਦਾ ਹੀ ਨਹੀਂ। ਤੇਰੇ ਆਖੇ ਕਿੱਦਾਂ ਲੱਗ ਜੇ? ਵੀ ਹੋ ਸਕਦਾ ਤੂੰ ਗਲਤ ਆਖੇ ਲਾਉਂਦਾ ਹੋਵੇ, ਹੋ ਸਕਦਾ। ਇਹ ਜ਼ਰੂਰ ਥੋੜ੍ਹਾ ਵੀ ਤੂੰ ਰਾਈਟ ਹੋਵੇਂ। ਤੂੰ ਆਪਣੇ ਆਪ ਨੂੰ ਸਮਝਾ ਬਸ। ਹਰ ਇੱਕ ਨੇ ਆਪਣੇ ਆਪ ਨੂੰ ਸਮਝਾਉਣਾ ਹੈ। ਜਦੋਂ ਅਸੀਂ ਆਪਣੇ ਆਪ ਨੂੰ ਸਮਝਾਵਾਂਗੇ, ਜ਼ਿੰਦਗੀ ਵਧੀਆ ਬਣਦੀ ਜਾਏਗੀ। ਇੱਥੇ ਪਾਤਸ਼ਾਹ ਜੀ ਕਹਿੰਦੇ, ਤਨ ਮਨ ਦੀਜੈ ਸੱਜਣਾ ਐਸਾ ਹੱਸਣ ਸਾਰ, ਤਿਸ ਸਿਉ ਨੇਹ ਨਾ ਕੀਚਈ। ਉਹਦੇ ਨਾਲ ਕਦੀ ਨੇਹ ਨਾ ਪਾਈ। ਜੇ ਦਿਸੈ ਚੱਲਣ ਹਾਰ, ਜਿਹਨੇ ਤੇਰਾ ਸਾਥ ਹੀ ਛੱਡ ਜਾਣਾ। ਤੇ ਸਾਥ, ਲਾਲਚ ਨੇ ਸਾਥ ਦੇਣਾ ਭਲਾ ਸਾਡਾ? ਸਾਥ ਸਮਝ ਬੋਲ ਕੇ ਦੱਸਿਓ। ਝੂਠ ਬੰਦੇ ਦਾ ਸਾਥ ਦਿੰਦਾ ਜੀ? ਜਿਹੜਾ ਝੂਠ ਤੁਸੀਂ ਬਾਹਰ ਬੋਲ ਕੇ ਆਏ, ਉਹ ਘਰ ਤੱਕ ਆਊ ਨਾਲ ਭਲਾ? ਉਹਨੇ ਘਰ ਦੇ ਬਾਹਰ ਦੇ ਦਰਵਾਜ਼ੇ ਅੱਗੇ ਖਲੋ ਜਾਣਾ, ਉਹਨੇ ਕਹਿਣਾ ਲੈ ਭਾਈ ਹੁਣ ਅੱਗੇ ਚੱਲ ਜਾ, ਨਵਾਂ ਬੋਲ ਲਾ, ਮੈਂ ਇੱਥੋਂ ਤੱਕ ਸੀ ਜਾਣਾ ਤੇਰੇ ਨਾਲ। ਤਾਂ ਤੁਸੀਂ ਬੰਦਾ ਕਹਿੰਦੇ ਇੱਕ ਝੂਠ ਬੋਲ ਕੇ ਬੰਦੇ ਨੂੰ
ਹੁਣ ਸੱਚ ਤੁਸੀਂ ਇੱਕ ਵਾਰ ਬੋਲਿਆ, ਕਈ ਕਹਿਣਗੇ ਜੀ ਸੱਚ ਬੋਲਣਾ ਬੜਾ ਔਖਾ ਹੁੰਦਾ ਵਾ, ਸੱਚ ਬੋਲਣ 'ਤੇ ਜ਼ੋਰ ਲੱਗਦਾ। ਨਾ ਨਾ ਨਾ, ਸੱਚ ਬੋਲ ਕੇ ਨਾ ਜਾ ਕੇ ਕੰਬਲ ਲੈ ਕੇ ਸੌਂ ਜਾਓ। ਜਿੱਥੇ ਬੋਲ ਕੇ ਆਏ ਜੇ ਉਹ ਪਿੱਟਣਗੇ, ਤੁਹਾਨੂੰ ਪਿੱਟਣ ਦੀ ਲੋੜ ਨਹੀਂ, ਕਿਉਂਕਿ ਤੁਸੀਂ ਸੱਚ ਬੋਲਿਆ, ਤੁਹਾਨੂੰ ਕੀ ਪ੍ਰੋਬਲਮ ਹੈ ਕੋਈ? ਤੁਸੀਂ ਸੱਚੇ ਜੇ, ਤੁਸੀਂ ਗਲਤ ਗੱਲ ਕਹੀ ਨਹੀਂ ਹੈ ਕੋਈ। ਝੂਠਾ ਬੰਦਾ ਪਰੇਸ਼ਾਨ ਹੁੰਦਾ ਹਮੇਸ਼ਾ, ਕਿਉਂਕਿ ਝੂਠੇ ਬੰਦੇ ਨੂੰ ਇੱਕ ਝੂਠ ਬੋਲਣ ਲਈ ਉਹਨੂੰ ਤਾਣਾ ਬੁਣਨਾ ਪੈਂਦਾ। ਇੱਕ ਝੂਠ ਬੋਲ ਕੇ ਫਿਰ ਉਸ ਝੂਠ ਨੂੰ ਛੁਪਾਉਣ ਲਈ ਦੂਜਾ, ਦੂਜੇ ਨੂੰ ਤੀਜਾ, ਡੈਰੀ ਲਾਉਣੀ ਪੈਣੀ ਵੀ ਕਿਹਦੇ ਨਾਲ ਕਿਹੜਾ ਝੂਠ ਬੋਲਿਆ। ਇਸ ਨੂੰ ਜਾਲ ਆਖਿਆ ਬਾਣੀ 'ਚ, ਮਾਇਆ ਜਾਲ ਪਸਾਰਿਆ ਭੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨ ਪਾਈ ਮਾਏ। ਕਿਸੇ ਨੂੰ ਕਿਸੇ ਨੇ ਦੁਖੀ ਨਹੀਂ ਕੀਤਾ ਬੰਦਿਆ, ਦੱਦੇ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਹੋਰ ਕਿਸੇ ਨੂੰ ਮੈਂ ਦੋਸ਼ ਕਿੱਦਾਂ ਦੇ ਸਕਦਾ? ਇਸ ਕਰਕੇ ਪਾਤਸ਼ਾਹ ਜੀ ਅਖੀਰ ਤੇ ਕਹਿੰਦੇ ਨੇ, ਤਿਸ ਸਿਓ ਨੇ ਨਾ ਕੀਚਈ ਜੇ ਦਿਸਿਆ ਚੱਲਣ ਹਾਰ, ਨਾਨਕ ਜਿਨੀ ਏਮ ਕਰ ਬੁਝਿਆ। ਜਿਨ੍ਹਾਂ ਨੇ ਇੱਦਾਂ ਗੱਲ ਬੁੱਝ ਲਈ, ਤਿੰਨਾਂ ਵਿੱਚੋਂ ਕੁਰਬਾਨ, ਮੈਂ ਉਹਨਾਂ ਤੋਂ ਬਲਿਹਾਰ ਜਾਨਾ, ਕੁਰਬਾਨ ਜਾਨਾ। ਸੁਣ ਮੁੰਦੇ ਹਰਨਾਖੀਏ, ਹੇ ਹਿਰਨ ਦੀਆਂ ਅੱਖਾਂ ਵਾਲੀਏ ਜੀਵ ਇਸਤਰੀਏ, ਮੇਰੀ ਗੱਲ ਧਿਆਨ ਨਾਲ ਸੁਣ। ਆ ਪਤੇ ਦੀ ਗੱਲ ਸੁਣ ਲਾ, ਪਹਿਲਾਂ ਵਸਤ ਸਜਾਣ ਕੇ ਤਾਂ ਕੀਤੇ ਵਪਾਰ। ਆਪਣੀ ਜ਼ਿੰਦਗੀ 'ਚ ਜੇ ਤੂੰ ਬਿਜ਼ਨਸ ਕਰਦਾ, ਕਾਰੋਬਾਰ ਕਰਦਾ ਤੇ ਨਫੇ ਵਾਲਾ ਕਰਦਾ, ਆਪਣੀ ਜ਼ਿੰਦਗੀ 'ਚ ਕੰਮ ਵੀ ਉਹ ਕਰੀ ਜੇ ਤੈਨੂੰ ਫਾਇਦਾ ਹੋਵੇ, ਨੁਕਸਾਨ ਹੋਵੇ। ਇਸ ਕਰਕੇ ਫਰੀਦਾ ਜਿੰਨੀ ਕਮੀ ਨਾ ਹੈ ਗੁਣ, ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀਵਈ ਸਾਈਂ ਦੇ ਦਰਬਾਰ। ਤੇ ਸਾਈਂ ਕਿੱਥੇ ਆ? ਤੇਰੇ ਅੰਦਰ। ਜਦੋਂ ਬੰਦਾ ਮਾੜਾ ਕੰਮ ਕਰਦਾ, ਸਭ ਤੋਂ ਪਹਿਲਾਂ ਆਪਣੇ ਆਪ 'ਚ ਸ਼ਰਮਿੰਦਾ ਹੁੰਦਾ, ਉਹ ਬਾਹਰ ਸ਼ਰਮਿੰਦਾ ਬਾਅਦ 'ਚ ਹੁੰਦਾ। ਪਹਿਲਾਂ ਆਪਣੇ ਅੰਦਰ ਜਿਹੜਾ ਸਾਈਂ ਦਾ ਦਰਬਾਰ ਲੱਗਾ, ਉੱਥੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਉਹਨੂੰ। ਇਸ ਕਰਕੇ ਆਓ, ਬਹੁਤ ਕੀਮਤੀ ਬਚਨ, 1410 ਨੰਬਰ ਅੰਕ ਹੈ, ਸਲੋਕ 12 ਤੇ ਵਧੀਕ ਬਾਣੀ ਦਾ ਦੂਜਾ ਸਲੋਕ ਹੈ। ਕੋਸ਼ਿਸ਼ ਕਰਿਓ, ਘਰਾਂ 'ਚ ਪੋਥੀਆਂ ਹੈਗੀਆਂ, ਅੱਜ ਕੱਲ੍ਹ ਤਾਂ ਮੋਬਾਇਲ ਸਾਡੇ ਕੋਲ ਹੈ, ਜਾਂਦੇ ਜਾਂਦੇ ਵੀ ਗੱਡੀ 'ਚ ਇੱਕ ਵਾਰੀ ਧਿਆਨ ਆਪਣੇ ਵੱਲੋਂ ਵੀ ਮਾਰਿਓ। ਜਦੋਂ ਅਸੀਂ ਇੱਦਾਂ ਪੜ੍ਹਾਂਗੇ, ਵਿਚਾਰਾਂਗੇ, ਸਹਿਜ ਪਾਠ ਕਰੋ, ਇੱਕ ਇੱਕ ਸ਼ਬਦ ਆਪ ਪੜ੍ਹੋ, ਵਿਚਾਰੋ, ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਦੇ ਉਪਦੇਸ਼ ਨੂੰ ਸਮਝਣ ਅਤੇ ਵਿਚਾਰਨ ਦਾ ਯਤਨ ਕਰੋ। ਸਾਧ ਸੰਗਤ ਜੀ, ਅਸੀਂ ਭਾਗਾਂ ਵਾਲੇ ਹਾਂ, ਐਸਾ ਖਜ਼ਾਨਾ ਸਾਨੂੰ ਜੋ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ। ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵ ਕਰਤ ਨ ਲਾਗੀ ਵਾਰ। ਇੱਕ ਦੀਵਾਨ ਹੋਰ ਹੈ ਸੰਡੇ ਦਾ ਦਿਨ ਦਾ, ਫਿਰ ਆਪਾਂ ਇੱਦਾਂ ਹੀ ਗੁਰਮਤਿ ਦੀਆਂ ਵਿਚਾਰਾਂ ਨਾਲ ਮਿਲ ਕੇ ਸਾਂਝੀਆਂ ਕਰਾਂਗੇ। ਆਪ ਜੀ ਨੇ ਵਕਤ ਸਿਰ ਆਉਣ ਦਾ ਯਤਨ ਕਰਨਾ। ਭਾਗਾਂ ਵਾਲੇ ਹੋ, ਰਜੀਵਿਆਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਆਪ ਜੀ ਸ਼ਾਮਾਂ ਦੇ ਦੀਵਾਨ ਵਿੱਚ ਹਾਜ਼ਰੀ ਲਵਾਈ ਹੈ। ਰਲ ਮਿਲ ਕੇ ਆਪਾਂ ਬਾਣੀ ਦੀਆਂ ਵਿਚਾਰਾਂ ਦੀ ਸਾਂਝ ਪਾਈ ਹੈ। ਵਿਚਾਰਾਂ ਕਰਦੇ ਹਾਂ, ਜੋ ਭੁੱਲਾਂ ਨੇ ਉਹ ਮੇਰੀਆਂ ਨੇ। ਜੇ ਕੋਈ ਬਚਨ ਚੰਗਾ ਲੱਗਾ, ਗੁਰੂ ਦਾ ਜਾਣ ਕੇ ਹਿਰਦੇ 'ਚ ਵਸਾਉਣ ਦਾ ਯਤਨ ਕਰਨਾ। ਸਾਰੇ ਜਾਣੇ ਇੱਕ ਵਾਰੀ ਬੜੇ ਅਦਬ ਨਾਲ ਇਹਨਾਂ ਤੁਕਾਂ ਦਾ ਪਾਠ ਕਰੋ। ਫਿਰ ਸਮਾਪਤੀ ਹੈ ਜੀ। ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ, ਬਲਿਹਾਰੀ ਗੁਰ ਆਪਣੇ। ਦਿਓਹਾੜੀ ਸਦਵਾਰ, ਦਿਓਹਾੜੀ ਸਦਵਾਰ, ਵਾਹ ਵਾਹ। ਜਿਨ ਮਾਨਸ ਤੇ ਦੇਵਤੇ ਕੀਏ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ, ਕਰਤ ਨ ਲਾਗੀ ਵਾਰ, ਇਹਨੇ ਇੱਕ ਬਚਨ ਪ੍ਰਵਾਨ ਕਰਨੇ ਜੀ। ਅਦਬ ਸਤਿਕਾਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।